ਇਹਨਾਂ ਨੂੰ ਜਿਨ੍ਹਾਂ ਨੇ ਲਿਖ ਦਿੱਤਾ ਕਿ ਜੋ ਤੁਸੀਂ ਕਹੋਗੇ ਸਿੱਖਾਂ ਨੂੰ, ਜੋ ਤੁਸੀਂ ਕਹੋਗੇ ਤੁਹਾਨੂੰ ਫੁੱਲ ਰਾਈਟਸ ਦਾਂਗਾ, ਤੁਸੀਂ ਪਾਕਿਸਤਾਨ ਚ ਆ ਜਾਓਗੇ। ਜਦੋਂ ਉਹਨੇ ਆ ਗੱਲ ਕਹੀ ਤਾਂ ਸਿੱਖ ਲੀਡਰ ਤੋਂ ਪਿੱਛੇ ਹਟ ਗਏ। 10 ਮਿਲੀਅਨ ਲੋਕੀ ਜਿਹੜੇ ਨੇ ਆਪਣੀ ਜਾਨ ਬਚਾ ਕੇ ਭੱਜੇ, ਆ ਕੇ ਝੰਡੇ ਚਲਾਉਂਦੇ ਨੇ, ਪਾਰਟੀਸ਼ਨ ਆਪਣੀ ਗੱਲ ਕਰਦੇ ਆ ਕਿ ਬਹੁਤ ਵਧੀਆ ਹੋ ਗਿਆ ਜੀ, ਸਾਨੂੰ ਇੰਡੀਪੈਂਡੈਂਸ ਮਿਲ ਗਈ। ਔਰ ਉਹ ਜਿਹੜੇ ਲੜਾਈਆਂ ਨੇ ਸਾਰੀਆਂ ਉਸੇ ਬਫਰ ਜ਼ੋਨ ਚ ਲੜੀਆਂ ਗਈਆਂ ਜਿਹੜਾ ਪਾਕਿਸਤਾਨ ਦੇ ਨਾਂ ਤੇ ਬਣਾਇਆ ਗਿਆ ਹੈ। ਔਰ ਪਾਕਿਸਤਾਨ ਸਾਡੇ ਖਿਲਾਫ ਚੱਲ ਜਾਂਦਾ ਔਰ ਬਫਰ ਜ਼ੋਨ ਅਸੀਂ ਲੂਜ਼ ਕਰਦੇ ਹਾਂ। ਉਸ ਟਾਈਮ ਸਾਡੇ ਕੋਲ ਇੰਡੀਆ ਆ ਜਾਏਗਾ। ਹੁਣ ਇਹ ਚੱਕਰ ਹੈ ਕਿ ਇੰਡੀਆ ਨੇ ਤੇ ਆ ਕੇ ਹੁਣ ਇੱਥੇ ਅਟੈਕ ਕਰਨੇ ਨਹੀਂ ਆਪਣੇ ਮੈਕਸੀਕੋ ਤੇ ਜਾਂ ਕੈਨੇਡਾ ਤੇ। ਐਕਚੁਅਲ ਫੈਕਟਸ। ਸਵਾਗਤ ਹੈ ਜੀ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। 15 ਅਗਸਤ ਆ ਗਈ ਹੈ ਤੇ ਜਦੋਂ ਵੀ 15 ਅਗਸਤ ਆਉਂਦੀ ਆ ਉਸ ਵਕਤ ਵੱਖ-ਵੱਖ ਤਰ੍ਹਾਂ ਦੇ ਨਵੇਂ ਮੁੱਦੇ ਜਿਹੜੇ ਖੜੇ ਹੋ ਜਾਂਦੇ। ਹਰ ਸਾਲ ਕੋਈ ਨਾ ਕੋਈ ਨਵਾਂ ਤੱਥ ਆਉਂਦਾ ਜੋ ਕਿ ਦੇਸ਼ ਦੀ ਵੰਡ ਅਤੇ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਜੋ ਪੁਰਾਣੇ ਤੱਥ ਹੁੰਦੇ ਆ ਉਹਨਾਂ ਤੇ ਸਵਾਲ ਖੜੇ ਕਰਦਾ। ਸੋ ਇਹਨਾਂ ਤੇ ਚਰਚਾ ਹੋਣੀ ਵੀ ਚਾਹੀਦੀ ਹੈ ਤੇ ਅਕਸਰ ਚਰਚਾ ਹੁੰਦੀ ਵੀ ਰਹਿੰਦੀ ਆ। ਕੁਝ ਅੱਜ ਅਸੀਂ ਵੀ ਅਜਿਹੇ ਤੱਥਾਂ ਉੱਤੇ ਕੁਝ ਜਾਣਕਾਰੀ ਲੈ ਕੇ ਆਏ ਹਾਂ ਤੇ ਇਸ ਵਕਤ ਮੇਰੇ ਨਾਲ ਨੇ ਨਿਰਮਲ ਮਾਨ ਜੀ ਜੋ ਕਿ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ। ਤੇ ਇਸ ਵਕਤ ਅਸੀਂ ਚਰਚਾ ਕਰਾਂਗੇ ਕੁਝ ਅਜਿਹੇ ਤੱਥਾਂ ਦੇ ਆਧਾਰ ਤੇ ਗੱਲਬਾਤ ਕਰਾਂਗੇ ਆਖਰਕਾਰ ਦੇਸ਼ ਦੀ ਵੰਡ ਹੋਈ ਕਿਵੇਂ ਸੀ ਤੇ ਅਸਲ ਹੱਥ ਜਿਹੜਾ ਸੀ ਉਸ ਵੰਡ ਵਿੱਚ ਕਿਸ ਦਾ ਸੀ। ਸਭ ਤੋਂ ਪਹਿਲਾਂ ਮਾਨ ਸਾਹਿਬ ਦਾ ਸਵਾਗਤ ਕਰਦੇ ਹਾਂ। ਮਾਨ ਸਾਹਿਬ ਸਵਾਗਤ ਹੈ ਟੀਵੀ ਪੰਜਾਬ ਤੇ ਤੁਹਾਡਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਟੋਟ ਸਾਹਿਬ, ਥੈਂਕ ਯੂ। ਮਾਨ ਸਾਹਿਬ ਅਕਸਰ ਹੀ ਜਦੋਂ ਦੇਸ਼ ਦੀ ਵੰਡ ਦੀ ਗੱਲ ਆਉਂਦੀ ਆ ਤਾਂ ਕਿਤੇ ਨਾ ਕਿਤੇ ਜਵਾਹਰ ਲਾਲ ਨਹਿਰੂ ਹੋਣਾ ਨੂੰ ਜਾਂ ਫਿਰ ਜਿਹੜੇ ਜਨਾਹ ਸੀਗੇ ਉਹਨਾਂ ਨੂੰ, ਮਹਾਤਮਾ ਗਾਂਧੀ ਨੂੰ, ਜਾਂ ਫਿਰ ਕਿਹਾ ਜਾਂਦਾ ਕਿ ਜਵਾਹਰ ਲਾਲ ਨਹਿਰੂ ਹੋਣਾ ਨੂੰ ਪ੍ਰਧਾਨ ਮੰਤਰੀ ਬਣਨ ਦੀ ਕਾਹਲੀ ਸੀ ਤਾਂ ਕਰਕੇ ਦੇਸ਼ ਦੀ ਵੰਡ ਹੋਈ ਆ। ਜਿਹੜੇ ਤੁਸੀਂ ਤੱਥ ਘੋਖੇ ਆ ਉਹਨਾਂ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਕਿੰਨੀ ਕੁ ਸੱਚੀ ਆ? ਜੀ ਮੈਂ ਜਿਹੜੀ ਗੱਲ ਟੁੱਟ ਸਾਹਿਬ ਥੋੜੀ ਫੈਕਚੁਅਲ ਬੇਸਿਸ ਤੇ ਕਰਾਂਗਾ, ਜਿੱਦਾਂ ਆਪਣੀ ਆਫਲਾਈਨ ਵੀ ਗੱਲ ਹੋ ਰਹੀ ਸੀ ਕਿ ਇੱਕ ਥਿਊਰੀ ਬਣ ਗਈ ਬੜੇ ਚਿਰ, ਆਪਾਂ ਛੋਟੇ ਹੁੰਦੇ ਸੁਣਦੇ ਆਏ ਹਾਂ ਕਿ ਔਰ ਮੂਵੀਜ਼ ਵੀ ਦੇਖੀਆਂ ਆਪਾਂ। ਜੇ ਆਪਾਂ ਗਾਂਧੀ ਮੂਵੀ ਦੇਖਦੇ ਹਾਂ ਉਹ 'ਚ ਵੀ ਇੱਕ ਛੋਟਾ ਜਿਹਾ ਸੀਕੁਐਂਸ ਆਉਂਦਾ ਜਿਹਦੇ 'ਚ ਗਾਂਧੀ ਆ ਕੇ ਨਹਿਰੂ ਨੂੰ ਕਹਿੰਦਾ ਕਿ ਤੂੰ ਥੋੜਾ ਜਿਹਾ ਵੇਟ ਕਰ ਲੈ ਪ੍ਰਧਾਨ ਮੰਤਰੀ ਬਣਨ ਤੋਂ। ਤਾਂ ਕਹਿੰਦਾ ਜੇ ਮੈਂ ਵੇਟ ਕਰ ਲਿਆ ਤੇ ਇੱਥੇ ਲੋਕਾਂ ਨੇ ਬੜੀ ਰੈਵੋਲੂਸ਼ਨਰੀ ਹੋ ਜਾਣੀ ਹੈ। ਸੋ ਇੱਕ ਚੀਜ਼ ਦਿਖਾਈ ਗਈ, ਇੱਕ ਡੈਸਪਰੇਸ਼ਨ ਦਿਖਾਈ ਗਈ ਹੈ ਕਿਉਂਕਿ ਮੂਵੀ ਵੀ ਦੇਖੋ ਅਮਰੀਕਨ ਮੂਵੀ ਬਣੀ ਹੈ, ਉਹ ਆਪਣੀਆਂ ਇਧਰ US ਆਪਣੀ ਹਾਲੀਵੁੱਡ ਦੀ ਮੂਵੀ ਹੈ ਜੀ। ਤੋ ਇੱਕ ਜਿਹੜਾ ਇੱਕ ਪਰਸੈਪਸ਼ਨ ਜਿਹੜੀ ਇੱਕ ਤਰੀਕੇ ਦੀ ਪੇਸ਼ ਕੀਤੀ ਗਈ ਹੈ ਕਿ ਬਹੁਤ ਕਾਹਲਾ ਹੀ ਨਹਿਰੂ ਬਣਨ ਵਾਸਤੇ PM, ਔਰ ਕੋਈ ਇਹ 'ਚ ਦੁਹਰਾਇਆ ਨਹੀਂ ਵੀ ਉਹ ਕਾਹਲਾ ਵੀ ਸੀ ਪਰ ਬਣਨ ਵਾਸਤੇ PM। ਔਰ ਇਸ ਕਰਕੇ ਜੇ ਉਹ PM ਨਾ ਬਣਦਾ, ਜੇ ਜਿਨ੍ਹਾਂ ਨੂੰ PM ਬਣਾ ਦਿੱਤਾ ਜਾਂਦਾ ਤੇ ਸ਼ਾਇਦ ਪਾਕਿਸਤਾਨ ਦੀ ਵੰਡ ਨਾ ਹੋ ਜਾਂਦੀ। ਇਹ ਗੱਲ ਨੂੰ ਮੈਂ ਥੋੜਾ ਜਿਹਾ ਜਿਹੜਾ ਨਾ ਮੈਂ ਬੁੱਕ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ, ਤਾਂ ਆੜੀ ਬੁੱਕ ਮੇਰੇ ਕੋਲ ਇਸ ਟਾਈਮ ਹੈ ਵੀ ਹੈ ਆਪਣੀ, ਇਸ ਟਾਈਮ ਅਨਟੋਲਡ ਸਟੋਰੀ ਆਫ ਪਾਰਟੀਸ਼ਨ, ਦ ਸ਼ੈਡੋ ਆਫ ਗ੍ਰੇਟ ਗੇਮ। ਜਿਹੜੀ ਗ੍ਰੇਟ ਗੇਮ ਹੈ ਜੀ ਇਹ ਤਕਰੀਬਨ ਸ਼ੁਰੂ ਹੋਈ ਹੈ ਆਪਣੀ 1833 ਤੋਂ ਸ਼ੁਰੂ ਹੋਈ ਹੈ, ਜਦੋਂ ਖਾਸ ਕਰਕੇ ਜਦੋਂ ਈਵਨ ਜ਼ਾਰ ਜਿਹੜਾ ਸੈਕਿੰਡ ਆਪਣਾ ਰਸ਼ੀਅਨ ਇੰਪਾਇਰ ਹੈਗਾ ਹੀ, ਉਹਨਾਂ ਦਾ ਜਿਹੜਾ ਇੱਕ ਮਨਸੂਬਾ ਹੀ ਕਿ they want to move downwards to the warm waters of Arabian Sea। ਹੁਣ ਗੱਲ ਇਹਦੇ ਇਹ ਹੈ ਟੁੱਟ ਸਾਹਿਬ ਕਿ ਇਹ ਜਿਹੜੀ ਕਿਤਾਬ ਲਿਖੀ ਹੈ ਨਰਿੰਦਰ ਸਿੰਘ ਸਰੀਲਾ ਨੇ। ਨਰਿੰਦਰ ਸਿੰਘ ਸਰੀਲਾ, ਸੋ ਹੀ ਇਜ਼ ਰਿਟਾਇਰ IFS ਇੰਡੀਅਨ ਫੋਰਨ ਸਰਵਿਸ ਦੇ ਵਿੱਚੋਂ। ਹੀ ਵਾਜ਼ ਦ ਲਾਸਟ ADC ਟੂ ਲਾਰਡ ਮਾਊਂਟਬੈਟਨ। ਲਾਰਡ ਮਾਊਂਟਬੈਟਨ ਦੇ ਬਹੁਤ ਕਰੀਬੀ ਰਿਹਾ ਔਰ ਕੀ ਜਿਹੜੀਆਂ ਥਿਊਰੀਜ਼ ਕੀ ਉਸ ਦੌਰਾਨ ਹੋਇਆ, ਕਿੱਦਾਂ ਪਾਰਟੀਸ਼ਨ ਦੀਆਂ ਗੱਲਾਂ ਚੱਲੀਆਂ, ਕਿੰਨੇ ਕੀਤੀਆਂ, ਇਹ ਬੁੱਕ 'ਚ ਬੜੇ ਡਿਟੇਲ ਨੇ। ਕਈ ਵਾਰ ਕਹੀ ਜਾਂਦੇ ਨੇ ਕਿ ਕੌਨਸਪੀਰੇਸੀ ਥਿਊਰੀ, ਥੀਸ ਆਰ ਦ ਐਕਚੁਅਲ ਫੈਕਟਸ ਜਿਹੜੀਆਂ ਉਹਨੇ ਉਸ ਟਾਈਮ ਲਿਖੀਆਂ ਨੇ। ਜਿਹੜਾ ਮੈਨੂੰ ਥੋੜਾ ਜਿਹਾ ਰੋਸ ਹੈ ਇਸ ਬੰਦੇ ਨਾਲ ਇਹ ਹੈ ਕਿ ਇਹ ਬੁੱਕ ਇਹਨੇ ਬਹੁਤ ਲੇਟ, ਪਿਛਲੇ ਮੇਰੇ ਕੋਲ 5-10 ਸਾਲ ਪਹਿਲਾਂ ਲਿਖੀ ਹੈ ਕਿਤਾਬ ਇੰਨੀ, ਕਿਉਂਕਿ ਇਹਨੇ ਆਪਣੀ ਸਾਰੀ ਜ਼ਿੰਦਗੀ ਹੰਡਾਈ, ਆਪਣਾ ਲਾਈਫ ਇੰਜੋਏ ਕੀਤੀ ਐਜ਼ ਅ ਫੋਰਨ ਸਰਵਿਸਿਜ਼ ਆਫਿਸਰ, ਐਂਡ ਦੈਨ ਵੈਨ ਹੀ ਰਿਟਾਇਰ ਕਿਆ ਕਿਤਾਬ ਲਿਖੀ ਕਿ ਐਕਚੁਅਲੀ ਜਿਹੜੀ ਪਾਰਟੀਸ਼ਨ ਉਹ ਕਿੱਦਾਂ ਹੋਈ। ਦੇਖੋ ਪਾਰਟੀਸ਼ਨ ਦਾ ਜਿਹੜਾ ਪਹਿਲਾ ਮਨਸੂਬਾ ਹੈ, ਜਿਹੜਾ ਬ੍ਰਿਟਿਸ਼ ਰਾਜ ਹੀ, ਉਹਨਾਂ ਦਾ ਜਿਹੜਾ ਪਲਾਨ ਹੀ, ਉਹਨਾਂ ਦਾ ਤਕਰੀਬਨ 1977 ਤੱਕ ਇੰਡੀਆ ਨੂੰ ਆਪਣਾ ਜਿਹੜਾ ਐਜ਼ ਅ ਕਾਲੋਨੀ ਬਣਾ ਕੇ ਰੱਖਣ ਦਾ ਇਰਾਦਾ ਹੈਗਾ ਸੀ। ਉਹਨਾਂ ਦਾ ਛੱਡਣ ਜਾਣ ਦਾ ਇਰਾਦਾ ਨਹੀਂ। ਪਰ ਇਸ ਦੌਰਾਨ ਜਿਹੜੀ ਸੈਕਿੰਡ ਵਰਲਡ ਵਾਰ ਵਿੱਚ ਆ ਗਈ, ਸੈਕਿੰਡ ਵਰਲਡ ਵਾਰ ਨੇ ਸਾਰੀ ਦੀ ਸਾਰੀ ਡੈਮੋਗ੍ਰਾਫਿਕ ਸਾਰੀ ਸਿਚੁਏਸ਼ਨ ਬਦਲ ਦਿੱਤੀ। ਹੋਈ ਇਹ ਕਿ ਈਵਨ ਦੋ ਹਿਟਲਰ ਹਾਰ ਗਿਆ, ਪਰ ਹਿਟਲਰ ਨੇ ਇੱਕ ਲੜਾਈ ਨੂੰ ਇੰਨਾ ਅਗਲੀ ਕਰ ਦਿੱਤਾ, ਇੰਨਾ ਜ਼ਿਆਦਾ ਭੈੜਾ ਹੋ ਗਿਆ ਕਿ ਚਰਚਿਲ ਨੂੰ, ਰੂਜ਼ਵੈਲਟ ਨੂੰ ਤੇ ਸਟੈਲਿਨ ਨੂੰ, ਇਹਨਾਂ ਨੂੰ ਇਕੱਠੇ ਹੋ ਕੇ ਹਿਟਲਰ ਦੇ ਖਿਲਾਫ ਲੜਨਾ ਪਿਆ। ਹੁਣ ਹੋਇਆ ਦੇਖੋ ਇਹ ਟੁੱਟ ਸਾਹਿਬ ਕਿ ਇਸ ਦੌਰਾਨ ਚਰਚਿਲ ਤੇ ਰੂਜ਼ਵੈਲਟ ਤੇ ਆਪਣਾ ਸਟੈਲਿਨ, they came so close to Stalin, they actually got scared of Stalin. Stalin was ruthless.
ਜੀ ਹੁਣ ਪ੍ਰੋਬਲਮ ਲੌਂਗ ਰਨ ਦੇ ਵਿੱਚ ਇਹ ਹੀ ਆਪਾਂ ਨੇ ਜੋ ਇਹਨਾਂ ਨੇ ਐਨਾਲਾਈਜ਼ ਕੀਤਾ, ਇਹ ਕਿਤਾਬ ਦੇ ਹਿਸਾਬ ਨਾਲ ਕੀਤਾ ਕਿ ਐਨਾਲਾਈਜ਼ ਇਹ ਨਹੀਂ ਕੀਤਾ ਕਿ ਜੇ ਹੁਣ ਇਸ ਟਾਈਮ ਕਿਉਂਕਿ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ, ਯੂਕੇ ਇੱਕ ਤਰ੍ਹਾਂ ਦਾ ਭਾਵੇਂ ਜਿੱਤ ਗਿਆ ਵਾਰ ਪਰ ਦੇ ਵਰ ਟੋਟਲੀ ਡੈਵਸਟੇਟਡ, ਫਰਾਂਸ ਖਤਮ ਹੋ ਗਿਆ, ਆਲਮੋਸਟ ਸਾਰਾ ਯੂਰਪ ਜਿਹੜਾ ਸੀ ਉਹ ਬੜਾ ਇੱਕ ਟਫ ਸਿਚੁਏਸ਼ਨ ਨਿਕਲ ਰਿਹਾ ਸੀ। ਇਸ ਟਾਈਮ ਦੇ ਵਿੱਚ ਇੰਡੀਆ ਨੂੰ ਹੋਲਡ ਕਰਨਾ ਮੁਸ਼ਕਲ ਹੋ ਗਿਆ, ਸੋ ਪ੍ਰੈਸ਼ਰ ਪਿਆ ਰੂਜ਼ਵੈਲਟ ਚਰਚਿਲ ਨੂੰ ਕਿ ਇਸ ਟਾਈਮ ਤੁਸੀਂ ਇੰਡੀਆ ਨੂੰ ਛੱਡ ਦਿਓ। ਹੁਣ ਇਸ਼ੂ ਇਹ ਹੀ ਇਹਨਾਂ ਵਾਸਤੇ ਜਿਹੜਾ ਸਭ ਤੋਂ ਵੱਡਾ ਜਿਹੜੀ ਗ੍ਰੇਟ ਗੇਮ ਆਉਂਦੀ ਹੈ ਕਿ ਇਹਨਾਂ ਕਿਹਾ ਕਿ ਜੇ ਅਸੀਂ ਇੰਡੀਆ ਤੋਂ ਉੱਦਾਂ ਹੀ ਇੰਡੀਆ ਨੂੰ ਛੱਡ ਕੇ ਆ ਗਏ, ਇੰਡੀਆ ਦੇ ਵਿੱਚ ਕਲਾਸ ਤੇ ਪੋਵਰਟੀ ਦਾ ਇੰਨਾ ਜ਼ਿਆਦਾ ਡਿਫਰੈਂਸ ਹੈ, ਅਮੀਰ ਤੇ ਗਰੀਬ ਦੇ ਵਿੱਚ, ਉਤੋਂ ਕਾਸਟਿਜ਼ਮ ਔਰ ਕਲਾਸਿਸ ਜਿਹੜੀਆਂ ਡਿਫਰੈਂਟ ਨੇ। ਇੰਡੀਆ ਨੇ ਇੱਕ ਵਾਕਵੇ ਦੇ ਦੇਣਾ ਰਸ਼ੀਆ ਨੂੰ ਕਿ ਆ ਜਾਓ ਤੁਸੀਂ, ਕਿਉਂਕਿ ਸਾਰਾ ਮਾਸਿਸ ਆ ਇਹਨਾਂ ਜਿਹੜਾ ਥੱਲੜਾ ਮਾਸ਼ਰਾ ਇਹਨਾਂ ਦੱਬਿਆ ਕੁਚਲਿਆ। ਈਵਨ ਤੁਸੀਂ ਵੇਖੋ ਵੀ ਇੰਡੀਆ ਦੇ ਫਰੀडम ਦੇ ਬਾਅਦ ਵੀ ਤਕਰੀਬਨ 20 ਸਾਲ ਤੱਕ, ਈਵਨ ਅੱਜ ਵੀ ਪੂਰੀ ਦੁਨੀਆ ਦੇ ਉੱਤੋਂ ਈਵਨ ਚਾਈਨਾ ਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਜਿਹੜਾ ਕਮਿਊਨਿਜ਼ਮ ਹੈ ਖਤਮ ਹੋਣ ਦੇ ਕਗਾਰ ਤੇ ਆਇਆ ਹੋਇਆ, ਲੇਕਿਨ ਅਜੇ ਵੀ ਮੋਇਸਟ ਨਕਸਲਵਾਦੀ ਜਿਹੜੇ ਨੇ ਇੰਡੀਆ ਚੱਲਦੇ ਨੇ ਬਿਕੋਜ਼ ਆਫ ਦਾ ਮਾਸਿਸ ਜਿਹੜਾ ਡਿਫਰੈਂਸ ਹੈਗਾ ਆਪਣੀ ਜਿਹੜੇ ਮਾਸ਼ਰੇ ਦੇ ਵਿੱਚ ਹੈਗਾ। ਹੁਣ ਗੱਲ ਇਹ 'ਚ ਟੁੱਟ ਸਾਹਿਬ ਇਹ ਸੀ ਕਿ ਜੇ ਇਹ ਇੱਦਾਂ ਹੀ ਉੱਠ ਕੇ ਆ ਜਾਂਦੇ ਤੇ ਸਾਰਾ USSR ਨੂੰ ਉੱਥੇ ਉਹਨਾਂ ਕਬਜ਼ਾ ਕਰ ਲੈਣਾ ਸੀ। ਹੁਣ ਫੰਡਾਮੈਂਟਲ ਡਿਫਰੈਂਸ ਜਿਹੜੇ US ਦੇ ਤੇ ਉਸ ਜ਼ਮਾਨੇ ਦੇ ਵਿੱਚ ਲੜਾਈ ਹੀ ਸੋਸ਼ਲਿਸਟ ਸੁਸਾਇਟੀ ਦੇ ਨਾਲ ਹੀ ਇੱਥੇ ਕਿਉਂਕਿ ਇੰਨੀ ਤੁਸੀਂ ਵੇਖੋ ਵੀਅਤਨਾਮ 'ਚ ਲੜਾਈ ਲੱਗੀ, ਅਮਰੀਕਾ ਚਾਹੁੰਦਾ ਹੈ ਕਿ ਆਪਣੇ ਸੋਸ਼ਲਿਸਟ ਸੁਸਾਇਟੀਆਂ ਨੂੰ ਖਤਮ ਕੀਤਾ ਜਾਏ। ਹੁਣ ਇਹਨਾਂ ਨੇ ਕੀਤਾ ਕਿ ਅਸੀਂ ਇੱਕ ਬਫਰ ਜ਼ੋਨ ਬਣਾਉਣੀ ਹੈ। ਬਫਰ ਜ਼ੋਨ ਇਹ ਬਣਾਉਣੀ ਹੈ ਕਿ ਜੇ ਕੱਲ ਨੂੰ ਕਿਤੇ ਸਾਨੂੰ ਲੜਾਈ ਦੀ ਲੋੜ ਪਏ ਤਾਂ ਅਸੀਂ ਕਿਹੜਾ ਜਿਹੜਾ ਹੈਗਾ ਇੱਕ ਏਰੀਆ ਜਿਹੜਾ ਆਪਣਾ ਉਸ ਸਬ ਕੰਟੀਨੈਂਟ ਦੇ ਵਿੱਚ ਜਿੱਥੇ ਆਪਣੇ 에ਅਰ ਫੋਰਸ ਬੇਸਿਸ ਬਣਾ ਕੇ ਰੱਖੇ ਜਾ ਸਕਣ। ਔਰ ਤੁਸੀਂ ਇਹਨਾਂ ਦੀ ਦੂਰਦਰਸ਼ਤਾ ਵੇਖੋ, ਜਿਹੜੀ ਇੰਨੀ ਦੂਰ ਤੱਕ ਦੇਖੀ, ਇਹ ਜਿਹੜੀ ਲੜਾਈ ਲੜੀ ਹੈ, ਜਿਹੜਾ ਅਖੀਰ 'ਚ ਜਿਹਦੇ ਕਰਕੇ ਸੋਵੀਅਤ ਯੂਨੀਅਨ ਜਿਹੜੀ ਹੈ ਪੂਰੀ ਡਿਸਮੈਂਟਲ ਹੋਈ ਹੈ, ਖਤਮ ਹੋਈ ਹੈ, ਉਹ ਇੱਕ ਰੀਜ਼ਨ ਹੀ ਬਿਕਾਜ਼ ਆਫ ਅਫਗਾਨਿਸਤਾਨ ਉਹ ਕਦੇ ਨਹੀਂ ਜਿੱਤ ਸਕਦੇ US ਵਾਲੇ, ਕਿਉਂਕਿ ਇੰਨਾ ਪੈਸਾ ਇੰਨਾ ਜ਼ੋਰ ਲੱਗ ਗਿਆ ਇੱਥੇ ਆ ਕੇ ਉਹਨਾਂ ਦਾ ਅਫਗਾਨਿਸਤਾਨ ਦੇ ਵਿੱਚ ਰਸ਼ੀਆ ਦਾ, ਦੇ ਕੁਡ ਨਾਟ ਹੈਲਪ ਦੈਮਸੈਲਫ ਟੂਗੇਦਰ। ਔਰ ਉਹ ਜਿਹੜੇ ਲੜਾਈਆਂ ਨੇ ਸਾਰੀਆਂ ਉਸੇ ਬਫਰ ਜ਼ੋਨ 'ਚ ਲੜੀਆਂ ਗਈਆਂ ਜਿਹੜਾ ਪਾਕਿਸਤਾਨ ਦੇ ਨਾਂ ਤੇ ਬਣਾਇਆ ਗਿਆ ਹੈ, ਕਿਉਂਕਿ ਇਹਨਾਂ ਨੂੰ ਪਤਾ ਹੀ ਕਿ ਜਿਹੜਾ ਜਿੰਨਾ ਹੀ ਇਜ਼ ਰੈਡੀ ਟੂ ਕਮ ਅੰਡਰ ਕਾਮਨਵੈਲਥ, ਔਰ ਨਹਿਰੂ ਕੋ ਰੈਜ਼ਿਸਟੈਂਸ ਆ ਰਹੀ ਹੈ। ਸੋ ਇਸ ਕਰਕੇ ਜਿਹੜੀ ਬਫਰ ਜ਼ੋਨ ਬਣਾਈ ਜਾਂਦੀ ਹੈ। ਦੂਜੀ ਗੱਲ ਨਹੀਂ ਕਹੀ ਕਿ ਜੇ ਕੱਲ ਨਾ ਕਿਤੇ ਖੁਦਾ ਨਾ ਖਾਸਤਾ ਕੋਈ ਪ੍ਰੋਬਲਮ ਹੋ ਜਾਏ ਔਰ ਪਾਕਿਸਤਾਨ ਸਾਡੇ ਖਿਲਾਫ ਚੱਲ ਜਾਂਦਾ ਔਰ ਬਫਰ ਜ਼ੋਨ ਅਸੀਂ ਲੂਜ਼ ਕਰਦੇ ਹਾਂ, ਉਸ ਟਾਈਮ ਸਾਡੇ ਕੋਲ ਇੰਡੀਆ ਆ ਜਾਏਗਾ। ਐਗਜ਼ੈਕਟਲੀ ਅਜੇ ਹੋ ਗਿਆ। ਅੱਜ ਦੇਖੋ ਇੰਡੀਆ ਚਾਈਨਾ ਦੀ ਲੜਾਈ ਹੋ ਰਹੀ ਹੈ, ਵਨ ਆਫ ਦਾ ਮੇਨ ਰੀਜ਼ਨ ਇਜ਼ ਜਿਹੜੀ ਦੋਸਤੀ ਹੈ ਆਪਣੀ ਅਮਰੀਕਾ ਤੇ ਇੰਡੀਆ ਦੀ, ਕਿ ਜਿਹੜਾ ਮੋਦੀ ਨੇ ਇੱਕ ਟ੍ਰੀਟੀ ਸਾਈਨ ਕੀਤੀ ਹੈ ਕਿ ਯੂ ਕੈਨ ਯੂਜ਼ ਆਵਰ 에ਅਰ ਫੋਰਸ ਬੇਸਿਸ ਐਂਡ ਵੀ ਕੈਨ ਯੂਜ਼ ਯੋਰ 에ਅਰ ਫੋਰਸ ਬੇਸਿਸ। ਹੁਣ ਇਹ ਚੱਕਰ ਹੈ ਕਿ ਇੰਡੀਆ ਨੇ ਤੇ ਆ ਕੇ ਹੁਣ ਇੱਥੇ ਅਟੈਕ ਕਰਨੇ ਨਹੀਂ ਆਪਣੇ ਮੈਕਸੀਕੋ ਤੇ ਜਾਂ ਕੈਨੇਡਾ ਤੇ। ਇੰਡੀਆ ਨੇ ਅਟੈਕ ਕਿੱਥੇ ਕਰਨਾ? ਐਕਚੁਅਲੀ 에ਅਰ ਫੋਰਸ ਦਾ ਬੇਸਿਸ ਦਾ ਫਾਇਦਾ ਇਹੀ ਹੈ ਕਿ ਜਿਹੜੇ ਉਧਰ ਨਾਰਥ ਈਸਟ ਦੇ ਵਿੱਚ ਹੈਗੇ ਨੇ ਅਸਾਮ ਦੇ ਕੋਲ, ਉਹ ਬਿਲਕੁਲ ਚਾਈਨਾ ਦੇ ਸਿਰ ਦੇ ਉੱਤੇ ਨੇ। ਹੁਣ ਉਹ ਵੀ ਇਧਰੋਂ ਮੂਵ ਕਰਨ ਲੱਗੇ, ਨੇਪਾਲ 'ਚ ਮੂਵ ਕਰਦੇ ਆ, ਭੂਟਾਨ 'ਚ ਵੀ ਮੂਵ ਕਰਦੇ ਪਏ ਨੇ, ਬਿਕੋਜ਼ ਉਹ ਸੁਲੀਗੁੜ ਦੇ ਏਰੀਆ ਦੇ ਵਿੱਚ ਉਹ ਤਕਰੀਬਨ 16 ਕਿਲੋਮੀਟਰ ਦਾ ਜਿਹੜੀ ਜੋੜਦੀ ਹੈ ਖੱਬੇ ਪੂਰੇ ਨਾਰਥ ਈਸਟ ਨੂੰ ਇੰਡੀਆ ਨਾਲ, ਉਹਨੂੰ ਕਹਿੰਦੇ ਚਿਕਨ ਨੈਕ। ਔਰ ਦੇ ਵਾਂਟ ਟੂ ਨੋ ਕਿ ਜੇ ਕੱਲ ਨੂੰ ਲੜਾਈ ਹੁੰਦੀ ਹੈ ਆਪਾਂ ਚਿਕਨ ਨੈਕ ਬ੍ਰੇਕ ਕਰ ਦਾਂਗੇ। ਜਿਹੜੇ 에ਅਰ ਫੋਰਸ ਬੇਸਿਸ ਨੇ ਇਹਨਾਂ ਦੇ ਸਾਰੇ ਉਹ ਯੂਜ਼ਲੈਸ ਹੋ ਜਾਣਗੇ, ਬਿਕੋਜ਼ ਜੇ ਉੱਥੇ ਅਸਲਾ ਹੀ ਨਹੀਂ ਪਹੁੰਚ ਸਕਦਾ ਤਾਂ 에ਅਰ ਫੋਰਸ ਬੇਸਿਸ ਨੂੰ ਕਰੋਗੇ ਕੀ? ਸੋ ਐਕਚੁਅਲੀ ਗੱਲ ਕਰਦੇ ਬਾਅਦ 'ਚ ਕਿ ਰੂਜ਼ਵੈਲਟ ਨੇ ਜਿਹੜਾ ਪ੍ਰੈਸ਼ਰ ਪਾਇਆ ਚਰਚਿਲ ਨੂੰ, ਇਨਫੈਕਟ ਲੜਾਈ ਖਤਮ ਹੋਣ ਤੋਂ ਬਾਅਦ, ਸੈਕੰਡ ਵਰਲਡ ਵਾਰ ਤੋਂ ਬਾਅਦ, ਰੂਜ਼ਵੈਲਟ ਨੇ ਚਰਚਿਲ ਨੂੰ ਇਹ ਵੀ ਕਿਹਾ ਕਿ ਤੂੰ ਹੁਣ ਅਟੈਕ ਕਰ ਦੇ ਇਹਦੇ ਉੱਤੇ। ਪਰ ਚਰਚਿਲ ਵੀ ਇੱਕ ਬੜਾ ਇੱਕ ਸਿਆਣਾ ਤੇ ਦੂਰਦਰਸ਼ੀ ਲੀਡਰ ਹੀ, ਉਹਨੇ ਕਿਹਾ ਕਿ ਨਹੀਂ, ਰਸ਼ੀਆ ਤੇ ਅਟੈਕ ਕਰਨਾ ਸਾਡੇ ਵਾਸਤੇ ਇਸ ਟਾਈਮ ਨਹੀਂ ਫਾਇਦੇਮੰਦ ਨਹੀਂ ਹੈਗਾ, ਅਸੀਂ ਲੂਜ਼ ਕਰ ਜਾਗੇ। ਸੋ ਇਹ ਗੱਲਾਂ ਜਿਹੜੀਆਂ ਐਕਚੁਅਲ ਇਹ ਗੱਲਾਂ ਜਿਹੜੀਆਂ ਹੋਈਆਂ ਨੇ, ਬਾਅਦ 'ਚ ਇਹ ਕਹਾਣੀ ਬਣਾਈ ਗਈ। ਆਈ ਥਿੰਕ ਜਿਹੜੀ ਕਹਾਣੀ ਪ੍ਰੋਪੇਗੇਟ ਵੀ ਕੀਤੀ ਗਈ ਹੈ, ਖਾਸ ਕਰਕੇ ਅਮਰੀਕਨਸ ਤੇ UK ਵੱਲੋਂ ਕੀਤੀ ਗਈ, ਕਿ ਹਾਂ ਕਿ ਸਿਰਫ ਇਹ ਹਿੰਦੂ ਮੁਸਲਿਮ ਦਾ ਚੱਕਰ ਹੀ ਔਰ ਇਹਦੇ ਕਰਕੇ ਮੁਸਲਿਮ ਲੀਡਰ ਨਹੀਂ ਬਣ ਸਕਦਾ। ਨਹੀਂ ਤੇ ਜਿਨ੍ਹਾਂ ਦੀ ਕੋਈ ਪਾਵਰ ਨਹੀਂ, ਜਿਹੜਾ ਹੀ ਇੱਕ ਆਗਾ ਖਾਨੀ ਇੱਕ ਮੁਸਲਮਾਨ ਦਾ ਜਿਹੜਾ ਸੈਗਮੈਂਟ ਹੈ, ਸੈਕਟ ਹੈ, ਉਹਨੂੰ ਬਿਲੋਂਗ ਕਰਦਾ, ਜਿਹੜੀ ਮਿਨੋਰਿਟੀ ਹੈ। ਟਿਪੀਕਲ ਜਿਹੜੀ ਮੈਜੋਰਿਟੀ ਸੁੰਨੀ ਮੁਸਲਮਾਨ ਨੇ, ਉਹ ਤਾਂ ਇਨਫੈਕਟ ਉਹਨੂੰ ਮੁਸਲਮਾਨ ਵੀ ਨਹੀਂ ਸਮਝਦੇ। ਔਰ ਜੋ ਉਹਦਾ ਬਾਅਦ 'ਚ ਹਾਲਤ ਹੋਇਆ, ਜਿੱਦਾਂ ਉਹਦੀ ਫੈਮਿਲੀ ਨੂੰ ਸਾਰਾ, ਇਟ ਵਾਜ਼ ਅ ਵੈਰੀ ਅਨਫੋਰਚੂਨੇਟ, ਬਿਕੋਜ਼ ਜਦੋਂ ਗੱਲ ਸਪੈਸ਼ਲੀ ਆਈ ਹੈ, ਜਿਹੜੀ ਸ਼ੁਰੂ ਹੋਈ ਹੈ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਫੀਲਡ ਮਾਰਸ਼ਲ ਮੌਂਟਗੋਮਰੀ ਜਿਹਨੇ ਇਹ ਪਹਿਲਾਂ ਇਹ ਆਈਡੀਆ ਲੈ ਕੇ ਆਇਆ ਕਿ ਆਪਾਂ ਇਹਨੂੰ ਜਿਹੜਾ ਨਾ ਪਾਰਟੀਸ਼ਨ ਨੂੰ ਇਹਦੇ ਆਪਣਾ ਇਹਦੇ 'ਚੋਂ ਆਪਾਂ ਜਿਹੜਾ ਪਾਰਟੀਸ਼ਨ ਨੂੰ ਆਪਾਂ ਇਹਨੂੰ ਖਲਾਰਾ ਜਿਹੜਾ ਵਧਾਈਏ ਜੀ। ਸੋ ਜਿਹੜੀ ਮੈਂ ਅੱਗੇ ਗੱਲ ਕਰ ਰਿਹਾ ਕਿ 1883 ਦੇ ਵਿੱਚ ਜਿਹੜਾ ਇਹ ਸ਼ੁਰੂ ਹੋ ਗਈ ਸੀ ਗ੍ਰੇਟ ਗੇਮ, ਜਿਹਦੇ 'ਚ ਰਸ਼ੀਆ ਆਉਣਾ ਚਾਹੁੰਦਾ ਸੀ।
ਟੋਟਲ ਕੰਟਰੋਲ ਜਿਹੜਾ ਇੰਡੀਆ ਤੇ ਯੂਕੇ ਕੋ ਇੰਡੀਆ ਦਾ ਆਇਆ ਉਹ ਆਇਆ 1957 ਦੇ ਵਿੱਚ। ਜੀ ਔਰ ਜਿਹੜਾ ਉਸ ਟਾਈਮ ਰਾਵਲਪਿੰਡੀ ਹੀ ਦੈਟ ਬਿਕੇਮ ਅ ਸੈਂਟਰ ਹਬ ਆਫ ਦਾ ਪੂਰੀ ਏਸ਼ੀਅਨ ਸਟ੍ਰੈਟਜੀ ਹੈਗੀ ਉਹ ਤੋਂ ਬਣਦੀ ਹੁੰਦੀ ਤੇ ਔਰ ਉਸ ਏਰੀਏ ਨੂੰ ਕੰਟਰੋਲ ਰੱਖਣ ਵਾਸਤੇ ਹੀ ਇਹ ਜਿਹੜੀ ਹੈ ਇਹ ਪਾਰਟੀਸ਼ਨ ਕ੍ਰੀਏਟ ਕੀਤੀ ਗਈ। ਆਈ ਥਿੰਕ ਅੱਜ ਵੀ ਆਪਾਂ ਕਹਿੰਦੇ ਹਾਂ ਕਿ ਹਾਂ ਬਈ ਸਾਡੇ ਫੋਰਫਾਦਰਸ ਮੇਰੇ ਆਪਣੇ ਪੇਰੈਂਟਸ ਅਸੀਂ ਪਾਕਿਸਤਾਨ ਤੋਂ ਮੂਵ ਕਰਕੇ ਆਏ। ਤਕਰੀਬਨ ਉਸ ਟਾਈਮ ਦੇ ਵਿੱਚ ਕੋਈ ਤਕਰੀਬਨ ਆਈ ਥਿੰਕ 8 ਲੱਖ ਦੇ ਕੋਲ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਉਸ ਟਾਈਮ। ਜੇ ਦੇਖਾਂ ਤਾਂ ਮੇਰੇ ਕੋਲ ਫਿਗਰਸ ਨੇ ਕੁਛ, ਤੁਸੀਂ ਤਕਰੀਬਨ ਲਾ ਕੇ 380 ਮਿਲੀਅਨ ਪਾਪੂਲੇਸ਼ਨ ਹੀ ਪੂਰੇ ਇੰਡੀਆ ਦੀ, ਇੰਡੀਅਨ ਸਬ ਕੰਟੀਨੈਂਟ ਦੇ ਵਿੱਚ। ਉਹਦੇ ਚੋਂ ਤਕਰੀਬਨ 3.9 ਮਿਲੀਅਨ ਪਾਪੂਲੇਸ਼ਨ ਸਿਰਫ ਪੰਜਾਬ ਦੀ। ਔਰ ਪੰਜਾਬ ਦੇ ਵਿੱਚੋਂ ਦੇਖਿਆ ਗਿਆ ਕਿ 5 ਲੱਖ ਤੋਂ ਲੈ ਕੇ 8 ਲੱਖ ਲੋਕਾਂ ਦੀਆਂ ਜਾਨਾਂ ਗਈਆਂ। ਤਕਰੀਬਨ 90,000 ਜਨਾਨੀਆਂ ਨੂੰ ਜਿਹੜਾ ਅਬਡਕਟ ਕੀਤਾ ਗਿਆ ਔਰ 10 ਮਿਲੀਅਨ ਲੋਕੀ ਜਿਹੜੇ ਨੇ ਆਪਣੀ ਜਾਨ ਬਚਾ ਕੇ ਭੱਜੇ। ਸੋ ਆਈ ਮੀਨ ਅੱਜ ਸਾਰੇ ਆ ਕੇ ਝੰਡੇ ਚਲਾਉਂਦੇ ਨੇ, ਪਾਰਟੀਸ਼ਨ ਆਪਣੀ ਗੱਲ ਕਰਦੇ ਆ ਕਿ ਬਹੁਤ ਵਧੀਆ ਹੋ ਗਿਆ ਜੀ, ਸਾਨੂੰ ਇੰਡੀਪੈਂਡੈਂਸ ਮਿਲ ਗਈ। ਆਈ ਡੋਂਟ ਥਿੰਕ ਕਿ ਉਹ ਲੋਕ ਜਿਹੜੇ ਉਸ ਟਾਈਮ 47 ਦੇ ਵਿੱਚ ਇਧਰੋਂ ਉਧਰ ਦੌੜਦੇ ਭੱਜਦੇ ਆਪਣੀ ਜਾਨਾਂ ਬਚਾ ਕੇ ਆਈ, ਕਈ ਮਹੀਨੇ ਉਹਨਾਂ ਨੇ ਲਾਈਫ, ਕਈ ਸਾਲ, ਆਈ ਥਿੰਕ 50 ਸਾਲ ਲੱਗੇ ਉਹਨਾਂ ਨੂੰ ਲਾਈਫ ਬੈਕ ਟਰੈਕ ਆਉਣ ਵਾਸਤੇ। ਆਈ ਡੋਂਟ ਥਿੰਕ ਕਿ ਉਹਨਾਂ ਵਾਸਤੇ ਇੰਡੀਪੈਂਡੈਂਸ ਜਿਹੜੀ ਹੈਗੀ 15 ਅਗਸਤ ਜਾਂ 14 ਅਗਸਤ ਪਾਕਿਸਤਾਨ, ਇਟ ਮੀਨਸ ਸੇਮ। ਇਟ ਮੀਨਸ ਫॉर ਦੋਜ਼ ਪ੍ਰਿਵਿਲੇਜਡ ਕਲਾਸਿਸ ਕਿ ਹਾਂ ਵੀ ਸਾਨੂੰ ਇੰਡੀਪੈਂਡੈਂਸ ਮਿਲ ਗਈ। ਪਰ ਅਜੇ ਵੀ ਉਹ ਲੋਕੀ ਸਮ ਆਫ them are still going through that hardship because they have been moved from their roots। ਜੀ ਬਿਲਕੁਲ। ਅੱਜ ਵੀ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਇਹ ਆਜ਼ਾਦੀ ਮਿਲਦੀ ਦੇਖੀ, ਉਹ ਕਦੇ ਇਹਨੂੰ ਆਜ਼ਾਦੀ ਨਹੀਂ ਕਹਿੰਦੇ, ਹਮੇਸ਼ਾ ਉਹਨੂੰ ਰੌਲਾ ਹੀ ਕਹਿੰਦੇ ਆ। ਔਰ ਕਈਆਂ ਦੀਆਂ ਕੁਛ ਗੱਲਾਂ ਬਾਤਾਂ ਅਕਸਰ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੀਆਂ ਤੇ ਉਹ ਕਹਿੰਦੇ ਆ ਕਿ ਇਹ ਤਾਂ ਜਿਹੜੇ ਅੱਜ ਕੱਲ੍ਹ ਦੇ ਜਵਾਕ ਇਹ ਝੰਡੀਆਂ ਚੜਾਉਂਦੇ ਨੇ, ਨੱਚਦੇ ਨੇ, ਪਰ ਜਦੋਂ ਇਹ ਦਿਨ ਆਉਂਦਾ ਤੇ ਉਹਨਾਂ ਦੀ ਰੋਟੀ ਛੁੱਟ ਜਾਂਦੀ ਆ। ਉਹ ਜਿਹੜਾ ਵਾ ਉਹਨਾਂ ਦਾ ਰੋਣ ਨਿਕਲਦਾ ਕਿ ਜੋ ਉਸ ਦਿਨ ਉਹ ਵਾਪਰਿਆ ਸੀ। ਖੈਰ ਆਪਾਂ ਫੈਕਟਸ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਮੈਂ ਕਿਉਂਕਿ ਜਿਹੜੇ ਲਾਰਡ ਮਾਊਂਟਬੈਟਨ ਸੀਗੇ ਉਹਨਾਂ ਨੇ ਇਸ ਜਿਹੜੀ ਵੰਡ ਦਾ ਐਲਾਨ ਕੀਤਾ ਸੀਗਾ, ਜਿਨ੍ਹਾਂ ਦੇ ਕਰੀਬੀ ਸੀ ਨਰਿੰਦਰ ਸਿੰਘ ਸਰੀਲਾ, ਜਿਹੜਾ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ। ਇਹਦੇ ਵਿੱਚ ਇੱਕ ਹੋਰ ਵੀ ਅਕਸਰ ਇੱਕ ਚਰਚਾ ਹੁੰਦੀ ਹੈ ਕਿ ਜਿਹੜੇ ਪੰਡਿਤ ਜਵਾਹਰ ਲਾਲ ਨਹਿਰੂ ਸੀ, ਉਹਨਾਂ ਦੀ ਰੂਸ ਨਾਲ ਬੜੀ ਨੇੜਤਾ ਸੀਗੀ। ਔਰ ਜਿਹੜਾ ਆਪਾਂ ਇਸ ਰੂਸ ਦੇ ਖਤਰੇ ਦੀ ਗੱਲ ਕਰ ਰਹੇ ਹਾਂ, ਕਿਤੇ ਨਾ ਕਿਤੇ ਜਿਹੜੀ ਇਹ ਨਹਿਰੂ ਦੀ ਰੂਸ ਨਾਲ ਨੇੜਤਾ ਦਾ ਵੀ ਇਸ ਕਿਤਾਬ 'ਚ ਕੋਈ ਜ਼ਿਕਰ ਹੈ ਜਾਂ ਇਦਾਂ ਦਾ ਕੋਈ ਫੈਕਟ ਮਿਲਦਾ? ਬਿਲਕੁਲ ਜੀ, ਕਿਉਂਕਿ ਜਿਹੜੀ ਨਿਊਜ਼ ਦੀ ਨੇੜਤਾ ਕਰਕੇ ਹੀ ਜਿਹੜਾ ਖਾਸ ਕਰਕੇ ਡਰ ਪਿਆ ਸੀ ਆਪਣੇ ਅਮਰੀਕਨ ਰੂਜ਼ਵੈਲਟ ਨੂੰ ਜਾਂ ਚਰਚਿਲ ਨੂੰ। ਉਹਨੂੰ ਇਸੇ ਗੱਲ ਤੇ ਡਰ ਸੀ ਕਿ ਜਿਹੜਾ ਨਹਿਰੂ ਦਾ ਸੈਕਟਰ, ਜਿਹੜਾ ਨਹਿਰੂ ਵਾਲੇ ਖੇਮਾ ਹੈਗਾ, ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਸੋਸ਼ਲਿਸਟ ਜਿਹੜਾ ਰੂਸ ਤੇ ਲੱਗ ਗਿਆ। ਔਰ ਬੜਾ ਚਿਰ ਤੱਕ ਆਈ ਥਿੰਕ ਇੰਦਰਾ ਗਾਂਧੀ ਦੇ ਮਰਨ ਤੱਕ ਸਾਰਾ ਦਾ ਸਾਰਾ ਇੰਡੀਆ ਜਿਹੜਾ ਬੜਾ ਪ੍ਰੋ ਰਸ਼ੀਆ ਰਿਹਾ। ਅਸੀਂ ਆਪਣੇ ਸਾਰੀ ਜਿਹੜੀ ਮਿਲਟਰੀ ਸਟ੍ਰੈਟਜੀ ਸੀ ਉਹ ਰਸ਼ੀਆ ਕੋਲ ਆਉਂਦੀ ਸੀ, ਆਪਣੇ ਵਾਰ ਪਲੇਨਸ, ਆਪਣੇ ਵਾਰ ਹੈਡਸ, ਸਾਰਾ ਕੁਝ ਰਸ਼ੀਆ ਤੋਂ ਆਉਂਦਾ ਸੀ। ਤਾਂ ਗੱਲ ਉਹੀ ਕਰ ਰਹੇ ਹਾਂ ਕਿ ਦੇਖੋ ਤਕਰੀਬਨ 34 ਮਿਲੀਅਨ ਲੋਕਾਂ ਦੇ ਵਿੱਚੋਂ 10 ਮਿਲੀਅਨ ਲੋਕੀ, 1/3 ਪਾਪੂਲੇਸ਼ਨ ਉਸ ਟਾਈਮ ਇੱਧਰੋਂ ਭੱਜੀ, ਉੱਧਰੋਂ ਇੱਧਰ ਭੱਜੀ। ਹਿਸਟਰੀ ਦਾ ਬਿਗੇਸਟ, ਚਾਹੇ ਉਹ ਹਿੰਦੂ ਜਾਂ ਸਿੱਖ ਹੋਣ ਜਾਂ ਮੁਸਲਮਾਨ ਜਿਹੜੇ ਇੱਧਰੋਂ ਮਾਈਗ੍ਰੇਟ ਕੀਤੇ ਹਨ, ਉਹ ਮਰੇ। ਸਭ ਤੋਂ ਵੱਡੀ ਹਿਸਟਰੀ ਦੀ ਬਿਗੇਸਟ ਐਥਨਿਕ ਕਲੈਂਜ਼ਿੰਗ ਉਸ ਟਾਈਮ ਦੇ ਵਿੱਚ ਹੋਈ। ਆਈ ਮੀਨ ਐਥਨਿਕ ਕਲੈਂਜ਼ਿੰਗ ਦੀ ਗੱਲ ਛੱਡੋ, ਮਤਲਬ ਕਿ ਰਿਲੀਜੀਅਸ ਕਲੈਂਜ਼ਿੰਗ। ਸਿੱਖ ਮਾਰੇ ਗਏ, ਹਿੰਦੂ ਮਾਰੇ ਗਏ, ਮੁਸਲਮਾਨ ਮਾਰੇ ਗਏ। ਪਰ ਅੰਗਰੇਜ਼ ਨੂੰ ਇੱਕ ਆਪਣਾ ਸੇਫਟੀ, ਇੱਕ ਬਫਰ ਜ਼ੋਨ ਚਾਹੀਦੀ ਸੀ। ਉਹਦੇ ਕਰਕੇ ਅਸੀਂ ਮਰੇ, ਅੱਜ ਵੀ ਮਰੀ ਜਾਂਦੇ ਹਾਂ। ਔਰ ਅੱਜ ਵੀ ਜਿਹੜੀ ਅੱਜ ਤੋਂ ਸਭ ਤੋਂ ਵੱਡਾ ਜਿਹੜਾ ਦੁਖਾਂਤ ਹੈ ਕਿ ਅੱਜ ਵੀ ਮੈਜੋਰਿਟੀ ਸਾਡੇ ਜਿਹੜੇ ਬੱਚੇ ਨੇ ਉਹ ਕਹਿੰਦੇ ਨੇ ਜੀ ਹਾਂ ਇਹ ਤਾਂ ਸਿਰਫ ਇੱਕ ਬੰਦੇ ਦੀ ਪਾਵਰ ਸਟਰਗਲ ਕਰਕੇ ਅਸੀਂ ਐਡਾ ਵੱਡਾ ਨੁਕਸਾਨ ਕਰ ਲਿਆ, ਵਿਚ ਇਜ਼ ਨਾਟ ਟਰੂ। ਆਈ ਥਿੰਕ ਥੋੜਾ ਜਿਹਾ ਆਪਣਾ ਇਹਨੂੰ ਐਨਲਿਸਟ ਕੋਸ਼ਿਸ਼ ਕਰੀ ਜਾਣਨ ਦੀ ਕਿ ਇਹ ਜਿਹੜੀ ਵੱਡੀ ਕੰਟਰੀਜ਼ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਇੱਕ ਪਾਵਰ ਸਟਰਗਲ ਕਰਕੇ ਇੱਕ ਸਟੂਜ ਬਣੇ। ਛੋਟੇ ਲੋਕ ਜਿਹੜੇ ਵਿਚਾਰੇ ਆਪਣੇ ਘਰੋਂ ਤੋਂ ਬੇਕਾਰ ਹੋਏ, ਜ਼ਮੀਨਾਂ ਛੱਡ ਕੇ ਆਏ, ਆਪਣੀਆਂ ਲਾਈਫਾਂ ਜਾਨਾਂ ਗਵਾਈਆਂ, ਤੇ ਇੱਕ ਬੰਦੇ ਦੇ ਉੱਤੇ ਗੱਲ ਸੁੱਟਣੀ ਇਹ ਸਹੀ ਨਹੀਂ ਹੈਗੀ। ਜੀ ਬਿਲਕੁਲ, ਬੇਸ਼ੱਕ ਇੱਥੋਂ ਇਹ ਇੰਨੀ ਕੁ ਗੱਲ ਸਾਫ਼ ਹੁੰਦੀ ਹੈ ਕਿ ਬੇਸ਼ੱਕ ਉਹਨਾਂ ਨੂੰ ਚਲੋ ਗੱਦੀ ਦਾ ਲਾਲਚ ਹੋਊਗਾ, ਪ੍ਰਧਾਨ ਮੰਤਰੀ ਬਣਨ ਦਾ ਲਾਲਚ ਹੋਊਗਾ, ਪਰ ਜਿਹੜੀ ਪਰਦੇ ਦੀ ਪਿਛਲੀ ਖੇਡ ਸੀ ਉਹ ਕੁਝ ਹੋਰ ਸੀ। ਉਹ ਇਹ ਸਾਰੀ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਮੋਹਰੇ ਬਣੇ ਉਸ ਚੀਜ਼ ਦੇ। ਬਿਲਕੁਲ ਦੇਖੋ ਜਦੋਂ 47 ਦੀ ਗੱਲ ਹੈ, 47 ਦੇ ਵਿੱਚ ਆ ਕੇ ਨਹਿਰੂ ਇਹਨਾਂ ਨੇ ਕਿਉਂਕਿ ਇੱਕ ਕੰਮ ਸ਼ੁਰੂ ਮਾਰਚ ਤੋਂ ਲੈ ਕੇ ਮਈ ਦੇ ਸ਼ੁਰੂ ਹੋ ਗਿਆ, ਜਿਹੜੀ ਮਾਈਗ੍ਰੇਸ਼ਨ ਹੋਣ ਲੱਗ ਪਈ, ਲੋਕੀ ਮੰਨ ਲੱਗ ਗਏ।
ਜੀ ਮੈਨੂੰ ਯਾਦ ਹੈ ਮੈਂ ਆਪਣੀ ਦਾਦੀ ਨਾਲ ਗੱਲ ਕਰਦਾ ਹੁੰਦਾ ਤੇ ਉਹਨਾਂ ਦੀ ਇੱਕ ਪਰਸੈਪਸ਼ਨ ਬਣੀ ਸੀ ਕਿ ਸ਼ਾਇਦ ਇਹ ਤਾਂ ਥੋੜਾ ਟੈਂਪਰੇਰੀ ਕੰਮ ਹੈ, ਕੁੰਡੇ ਕੰਡੇ ਲਾ ਕੇ ਆਪਣੇ ਜੰਦਰੇ ਜੁੰਦਰੇ ਲਾ ਕੇ ਆਏ ਹੁੰਦਾ ਸੀ ਤੇ ਫਿਰ ਵਾਪਸ ਆ ਜਾਣਾ, ਬਿਕੋਜ਼ ਦੇ ਡਿਡ ਨਾਟ ਨੋ, ਦੇ ਆਰ ਸੋ ਨਾਈਵ ਕਿ ਇਹ ਕਦੇ ਸ਼ਾਇਦ ਇਹ ਲੰਮਾ ਟਾਈਮ ਨਹੀਂ ਹੈਗਾ, ਇਹ ਤਾਂ ਛੋਟਾ ਜਿਹਾ ਮਾਹੌਲ ਠੀਕ ਹੋ ਜਾਏਗਾ ਤਾਂ ਆਪਾਂ ਫਿਰ ਆ ਕੇ ਦੁਬਾਰਾ ਇੱਥੇ ਆ ਜਾਾਂਗੇ। ਦੇ ਡਿਡ ਨਾਟ ਨੋ ਕਿ ਅਸੀਂ ਜ਼ਿੰਦਗੀ ਦਾ ਸਾਰਾ ਕੁਝ ਬਣਿਆ ਬਣਾਇਆ ਸਭ ਕੁਝ ਤੇ ਛੱਡ ਕੇ ਚੱਲੇ ਹਾਂ। ਹੁਣ ਹੋਇਆ ਕੀ ਕਿ ਅਗਸਤ 'ਚ ਆ ਕੇ ਇਹਨਾਂ ਨੇ ਆ ਕੇ ਜਦੋਂ ਇਹ ਗੱਲ ਆਈ, ਕਹਿੰਦੇ ਜੀ ਕਿ ਜੇ ਅਸੀਂ ਸਟੇਟਸ ਲੈਣੀਆਂ ਨੇ ਪੰਜਾਬ ਦੀਆਂ, ਅਸੀਂ ਜਿਹੜੀਆਂ ਮੁਸਲਿਮ ਮੈਜੋਰਿਟੀ ਤੋਂ ਨਾਲ ਲੱਗਦਾ ਜਿਹੜੇ ਏਰੀਆ ਨੇ ਉਹ ਅਸੀਂ ਪਾਕਿਸਤਾਨ ਨੂੰ ਲੈਣੇ ਨੇ। ਉਹਦੇ ਬਾਅਦ ਔਰ ਗੱਲ ਕੀਤੀ ਕਿ ਜਦੋਂ 47 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਆਪਣੀ ਗੱਲ ਕੀਤੀ ਮੁਸਲਿਮ ਮੈਜੋਰਿਟੀ ਦੀ 1940 'ਚ ਗੱਲ ਕੀਤੀ ਇਹਨੇ ਜਿਨ੍ਹਾਂ ਦੇ ਗੱਲ ਕਰਨ ਦੇ ਨਾਲ ਹੋਇਆ ਕਿ ਮੁਸਲਿਮ ਲੀਗ ਨੂੰ ਇੱਕ ਤਰ੍ਹਾਂ ਨੇ ਅੰਗਰੇਜ਼ਾਂ ਨੇ ਮੁਸਲਿਮ ਲੀਗ ਇੱਕ ਟੋਟਲ ਆਪੋਜੀਸ਼ਨ ਬਣ ਗਈ ਕਾਂਗਰਸ ਦੀ ਉਸ ਟਾਈਮ ਸਟੈਂਡਿੰਗ ਕਾਂਗਰਸ ਜਿਹਦੇ 'ਚ ਗਾਂਧੀ ਹਨ ਸਾਰੇ ਹੈਗੇ ਹਨ, ਕੁਛ ਐਕਚੁਅਲੀ ਮੁਸਲਿਮ ਲੀਡਰ ਕਾਂਗਰਸ ਦੇ ਵਿੱਚ ਹੈਗੇ ਹਨ। ਪਰ ਦੇਖੋ ਕਿ ਮੁਸਲਿਮ ਲੀਗ ਦਾ ਇੱਕ ਵੀ ਲੀਡਰ ਕਦੇ ਨਾ ਉਹਨਾਂ ਨੇ ਕਦੇ ਪਹਿਲਾਂ ਪਾਕਿਸਤਾਨ ਮੰਗਿਆ, ਨਾ ਪਾਕਿਸਤਾਨ ਦੀ ਵਾਸਤੇ ਜੇਲ੍ਹ ਗਿਆ, ਉਹਨਾਂ ਨੂੰ ਬੈਠੇ ਬਿਠਾਇਆ ਬਿਲਕੁਲ ਮੁਫਤ 'ਚ ਪਾਕਿਸਤਾਨ ਮਿਲ ਗਿਆ। ਔਰ ਜਿਹੜੀ ਚੀਜ਼ ਮੁਫਤ 'ਚ ਮਿਲਦੀ ਉਹਦਾ ਵੈਲਿਊ ਕਿੰਨੀ ਹੁੰਦੀ ਆ, ਅੱਜ ਤੁਸੀਂ ਦੇਖ ਲਓ ਕਿ ਪਾਕਿਸਤਾਨ ਦਾ ਹਾਲ ਕੀ ਹੋ ਗਿਆ ਬਿਕੋਜ਼ ਆਫ ਦਾ ਲੈਕ ਆਫ ਲੀਡਰਸ਼ਿਪ। ਜਾਂ ਕਿਉਂਕਿ ਪਹਿਲੇ ਦਿਨ ਤੋਂ ਜਿੱਦਣ ਵੀ ਉਹ ਪਾਕਿਸਤਾਨ ਬਣਿਆ ਉਦਣ ਤੋਂ ਹੀ ਉਹ ਅਮਰੀਕਨ ਆਈ ਬਣ ਗਏ। ਅਮਰੀਕਾ ਕੋ ਚਾਹੇ ਉਹ ਫਾਈਨੈਂਸ਼ੀਅਲ ਸਪੋਰਟ ਹੋਏ, ਚਾਹੇ ਉਹਨਾਂ ਦੇ ਮਿਲਟਰੀ ਸਪੋਰਟ ਹੋਏ, ਦੈਟ ਕੰਟਰੀ ਵਾਸ ਟੋਟਲੀ ਡਿਪੈਂਡੈਂਟ ਔਨ ਅਮਰੀਕਾ ਬਿਕੋਜ਼ ਅਮਰੀਕਾ ਨੇ ਹੀ ਉਹਨੂੰ ਖੜਾ ਕੀਤਾ ਸੀ। ਹੁਣ ਗੱਲ ਕਰ ਰਹੇ ਦੁਬਾਰਾ ਜਦੋਂ 47 ਦੇ ਅਗਸਤ ਵਿੱਚ ਮੀਟਿੰਗ ਹੋਈ ਆਪਣੀ ਸਿੱਖ ਲੀਡਰਾਂ ਦੀ, ਕਿਉਂਕਿ ਕਾਂਗਰਸ ਨੇ ਕਿਹਾ ਕਿ ਚਲੋ ਤੁਸੀਂ ਵੀ ਮੰਗ ਲਓ ਕਿ ਜੇ ਇਹਨਾਂ ਨੂੰ ਆਪਾਂ ਇਧਰੋਂ ਐਟਲੀਸਟ ਦੈਟ ਵਾਸ ਦਾ ਵੇ ਕਿ ਜਿਹੜਾ ਆਪਣੇ ਮੈਕਸਿਮਮ ਸਿੱਖਾਂ ਵਾਲਾ ਏਰੀਆ ਜਿਹੜਾ ਉਹਨਾਂ ਨੂੰ ਮਿਲਦੇ। ਤੇ ਇਹਨਾਂ ਲੀਡਰਾਂ ਨੇ ਦਿੱਲੀ ਕੀਤੀ ਜਿਸ 'ਚ ਕਰਤਾਰ ਸਿੰਘ ਹੀ ਆਪਣਾ ਮਾਸਟਰ ਤਾਰਾ ਸਿੰਘ ਹਨ, ਹੋਰ ਲੀਡਰ ਹਨ, ਇਹਨਾਂ ਨੂੰ ਜਿਨ੍ਹਾਂ ਨੇ ਲਿਖ ਦਿੱਤਾ ਕਿ ਜੋ ਤੁਸੀਂ ਕਹੋਗੇ ਸਿੱਖਾਂ ਨੂੰ, ਜੋ ਤੁਸੀਂ ਕਹੋਗੇ ਤੁਹਾਨੂੰ ਫੁੱਲ ਰਾਈਟਸ ਦਾਂਗਾ, ਤੁਸੀਂ ਪਾਕਿਸਤਾਨ 'ਚ ਆ ਜਾਓਗੇ। ਤੇ ਆਈ ਥਿੰਕ ਕਿ ਮੈਨੂੰ ਇਹ ਨਾਂ ਸਹੀ ਤਰ੍ਹਾਂ ਯਾਦ ਆ ਰਿਹਾ ਮੈਨੂੰ ਬੁੱਕ 'ਚ, ਆਈ ਥਿੰਕ ਉੱਥੇ ਕਰਨਲ ਹਰਦੀਪ ਸਿੰਘ ਜਿਹੜੇ ਪਾਇਲਟ ਰਹੇ ਆ, ਉਹਨਾਂ ਨੇ ਕੱਲ ਪੁੱਛੀ ਕਿ ਕੱਲ ਨੂੰ ਤੂੰ ਨਾ ਰਹੇਗਾ ਤੇ ਅਸੀਂ ਫਿਰ ਕੀ ਕਰਾਂਗੇ। ਕਹਿੰਦਾ ਕਿ ਇਨ ਪਾਕਿਸਤਾਨ ਆਈ ਬੀਨ ਟ੍ਰੀਟਡ ਲਾਈਕ ਅ ਗॉड, ਮੈਨੂੰ ਰੱਬ ਵਾਂਗੂ ਲੋਕੀ ਪੂਜਦੇ ਨੇ, ਜੋ ਮੈਂ ਕਹਾਂਗਾ ਹੋਊਗਾ। ਜਦੋਂ ਉਹਨੇ ਆ ਗੱਲ ਕਹੀ ਤਾਂ ਸਿੱਖ ਲੀਡਰ ਤੋਂ ਪਿੱਛੇ ਹਟ ਗਏ। ਗੱਲ ਇਹ ਹੋਈ ਕਿ ਜਦੋਂ ਮਾਰਚ ਦੇ ਵਿੱਚ ਮਈ 4-5 ਮਹੀਨੇ ਪਹਿਲਾਂ ਇੱਥੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਤੂੰ ਕਿਉਂ ਕੁਛ ਨਹੀਂ ਕਿਹਾ? ਇਹਦਾ ਮਤਲਬ ਕਿ ਯੂ ਆਰ ਇਨ ਕੰਪਲਾਇੰਸ ਵਿਦ them, ਤੂੰ ਉਹਨਾਂ ਨੂੰ ਚਾਹੁੰਦਾ ਕਿ ਲੋਕੀ ਸਿੱਖਾਂ ਮਾਰੇ ਜਾਣ। ਤੇ ਉਹਨਾਂ ਲਿਖਿਆ ਕਿ ਇਸ ਲੀਡਰ ਕੋਲ ਅਸੀਂ ਕੋਈ ਓਨੈਸਟੀ ਨਹੀਂ ਭਾਲ ਸਕਦੇ। ਦੈਟਸ ਵਨ ਆਫ ਦਾ ਬਿਗੇਸਟ ਰੀਜ਼ਨ ਜਿਹੜਾ ਉਹਨਾਂ ਨੇ ਪਾਕਿਸਤਾਨ ਜਾਣ ਦੇ ਵਿੱਚੋਂ, ਈਵਨ ਦੋ ਨੇ ਕਿਹਾ ਕਿ ਤੁਸੀਂ ਜੋ ਕਹੋਗੇ ਤੁਹਾਨੂੰ ਫੁੱਲ ਰਾਈਟਸ ਦਾਂਗੇ ਬਿਕੋਜ਼ ਸਿੱਖਾਂ ਦੇ ਉਧਰ ਜਾਣ ਨਾਲ ਇੱਕ ਵੱਡਾ ਹਿੱਸਾ ਉਧਰ ਚੱਲ ਜਾਣਾ ਸੀ। ਕਿਉਂਕਿ ਜਦੋਂ ਪਾਰਟੀਸ਼ਨ ਹੋਈ ਹੈ ਤਕਰੀਬਨ 12 ਜ਼ਿਲ੍ਹੇ ਜਿਹੜੇ ਆ ਉਧਰੋਂ ਇੱਧਰ ਆਏ ਔਰ 16 ਜ਼ਿਲ੍ਹੇ ਇੱਧਰ ਵਾਲੇ ਜਿਹੜੇ ਆ ਉਧਰ ਗਏ। ਉਹ ਜਿਹੜੀ 12 ਉਧਰੋਂ ਗਏ ਹਨ, ਉਹ 12 ਜ਼ਿਲ੍ਹੇ ਵੀ ਉਧਰ ਰੱਖ ਸਕਦੇ ਹਨ ਤੇ ਪਾਕਿਸਤਾਨ ਵੱਡਾ ਹੋ ਸਕਦਾ ਸੀ। ਸੋ ਇਹ ਕਰਕੇ ਜਿਹੜੀਆਂ ਨੇ ਸਿੱਖਾਂ ਨੇ ਉਸ ਟਾਈਮ ਇਹ ਬਿਲੀਵ ਨਹੀਂ ਕੀਤਾ। ਆਈ ਥਿੰਕ ਟੂ ਸਮ ਐਕਸਟੈਂਟ ਹੁਣ ਹਿਸਟਰੀ ਹੈ ਅਜੇ ਵੀ ਐਨਾਲਾਈਜ਼ ਚੱਲ ਰਿਹਾ। ਮੇਰਾ ਕਹਿਣਾ ਤੇ ਇਹ ਹੈ ਕਿ ਸ਼ਾਇਦ ਇਹ ਚੰਗਾ ਹੋਇਆ ਬਿਕੋਜ਼ ਜੋ ਬਾਤ ਜਿਨ੍ਹਾਂ ਨਾਲ ਹੋਇਆ ਸ਼ਾਇਦ ਸਿੱਖਾਂ ਨਾਲ ਵੀ ਉਹ ਹੁੰਦਾ। ਜੀ ਅਕਸਰ ਜਿੱਥੇ ਨਵੀਂ ਪਾਕਿਸਤਾਨ ਸਟੇਟ ਬਣੀ ਤੇ ਲਾਗੇ ਇਸ ਖਿੱਤੇ ਵਿੱਚ ਹੀ ਅਕਸਰ ਹੁਣ ਇੱਕ ਹੋਰ ਸਟੇਟ ਦੀ ਚਰਚਾ ਚੱਲਦੀ ਰਹਿੰਦੀ ਹੈ, ਜਿਹਨੂੰ ਕਈ ਵਾਰ ਸਿੱਖ ਹੋਮਲੈਂਡ ਕਹਿੰਦੇ ਆ ਜਾਂ ਖਾਲਿਸਤਾਨ ਕਹਿ ਦਿੰਦੇ ਆ ਜਾਂ ਸਿੱਖ ਸਟੇਟ ਕਹਿ ਦਿੰਦੇ ਆ ਕਿ ਏਦਾਂ ਦੀ ਸਟੇਟ ਹੋਣੀ ਚਾਹੀਦੀ ਆ। ਔਰ ਉਸ ਵਕਤ ਆਫਰ ਹੋ ਰਹੀ ਸੀ, ਹੁਣ ਤੱਕ ਕਈਆਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ। ਤੇ ਮੈਂ ਪੁੱਛਣਾ ਚਾਹੁੰਦਾ ਕਿ ਜਿੱਥੋਂ ਤੁਸੀਂ ਇਹ ਫੈਕਟ ਘੋਖਿਆ ਉੱਥੇ ਕਿਤੇ ਇਹ ਮਿਲਦੀ ਆ, ਕੋਈ ਫੈਕਟ ਮਿਲਦਾ ਕਿ ਵਾਕਈ ਕੋਈ ਏਦਾਂ ਦੀ ਆਫਰ ਹੋਈ ਸੀ ਸਿੱਖਾਂ ਨੂੰ ਜਾਂ ਸਿੱਖ ਮੰਗ ਰਹੇ ਸੀ? ਦੇਖੋ ਸਿੱਖਾਂ ਨੇ ਮੰਗਿਆ ਹੀ ਗੱਲ ਸਿਰਫ ਆਪਾਂ ਜਿਹੜੀ ਗੱਲ ਕਰਦੇ ਨਾ ਸਿੱਖਾਂ ਦੀ ਜਿਹੜੀ, ਜੇ ਤੁਸੀਂ ਇਹਨੂੰ ਡੀਪ ਦੇਖੋ ਗੇਟ ਗੇਮ ਥਿਊਰੀ ਦੇਖੋ, ਕਿਉਂਕਿ ਐਂਡ ਆਫ ਦਾ ਡੇ ਜਿਹੜੀ ਪਾਕਿਸਤਾਨ ਮਿਲਿਆ ਜਾਂ ਇੰਡੀਆ ਦੀ ਪਾਰਟੀਸ਼ਨ ਹੋਈ, ਇਹਦੇ ਵਿੱਚ ਇਹ ਜਿੱਦਾਂ ਮੈਂ ਅੱਗੇ ਵੀ ਗੱਲ ਕਰ ਰਿਹਾ ਹਾਂ ਕਿ ਮੁਸਲਿਮ ਲੀਗ ਨੇ ਤਾਂ ਨਾ ਉੱਥੇ ਕੋਈ ਇੱਕ ਬੰਦੇ ਨੇ ਇੱਕ ਰਾਤ ਜੇਲ੍ਹ ਨਹੀਂ ਕੱਟੀ ਉੱਥੇ ਪਾਕਿਸਤਾਨ ਵਾਸਤੇ, ਉਹਨਾਂ ਨੂੰ ਬੈਠਾ ਬਿਠਾਇਆ ਪਰੋਸ ਕੇ ਪਾਕਿਸਤਾਨ ਮਿਲ ਗਿਆ। ਨਾਟ ਬਿਕੋਜ਼ ਆਫ ਪਾਕਿਸਤਾਨ ਚਾਹੁੰਦੇ ਹਨ, ਆਫ ਕੋਰਸ ਉਹਨਾਂ ਨੂੰ ਮਿਲ ਗਿਆ, ਦੇ ਆਰ ਹੈਪੀ, ਉਹਨਾਂ ਨੂੰ ਮਿਲ ਗਿਆ। ਪਰ ਜਿਹੜੀ ਮੇਨ ਫੋਰਸ ਜਿਹੜੀ ਪਾਵਰ ਜਿਹੜੀ ਵੈਸਟਰਨ ਪਾਵਰਸ ਚਾਹੁੰਦੀ ਸੀ ਆਪਣਾ ਦਬਦਬਾ ਆਪਣਾ ਏਰੀਆ ਉਸ ਏਜ ਬਣਾ ਕੇ ਰੱਖਦਾ, ਉਹਨਾਂ ਵਾਸਤੇ ਇੱਕ ਜਿਹੜੀ ਸਟੇਟ ਚਾਹੀਦੀ ਉਹਨੂੰ ਬਫਰ ਜ਼ੋਨ ਉਹਨਾਂ ਨੂੰ ਮਿਲ ਗਈ। ਉਹਨਾਂ ਨੂੰ ਉਸ ਤੋਂ ਵੱਧ ਬਫਰ ਜ਼ੋਨ ਦੀ ਲੋੜ ਨਹੀਂ ਸੀ। ਜੇ ਪਾਕਿਸਤਾਨ ਜੇ ਨਾ ਉਹਨਾਂ ਦੇ ਕੰਮ ਆਉਂਦਾ ਤੇ ਹੋ ਸਕਦਾ ਸ਼ਾਇਦ ਇਹ ਪ੍ਰੈਫਰੈਂਸ ਖਾਲਿਸਤਾਨੀਆਂ ਨੂੰ ਮਿਲ ਜਾਂਦੀ ਬਿਕੋਜ਼ ਦੇ ਨੀਡਡ ਅ ਬਫਰ ਜ਼ੋਨ। ਜੇ ਤੁਸੀਂ ਥੱਲੇ ਜਾਓ ਆਪਣੇ ਲਕਸ਼ਦੀਪ ਵਾਲੇ ਪਾਸੇ, ਦੇ ਹੈਵ ਸਟਿਲ ਉੱਥੇ ਆਪਣਾ ਇੱਕ ਪੂਰਾ ਦਾ ਪੂਰਾ ਆਈਲੈਂਡ ਆ ਡਿਏਗੋ ਗਾਰਸੀਆ, ਜਿਹਦੇ ਉੱਤੇ ਅਮਰੀਕਨ ਤੇ UK ਦੇ ਆਪਣੇ ਅਜੇ ਵੀ 에ਅਰਫੋਰਸ ਬੇਸਿਸ ਹੈਗੇ ਨੇ। ਔਰ ਇੰਨਾ ਛੋਟਾ ਆਈਲੈਂਡ ਹੀ ਉੱਥੋਂ ਰਹਿ ਕੇ ਉਹ ਪੂਰੇ ਖਿੱਤੇ ਨੂੰ ਕੰਟਰੋਲ ਕਰਨਾ ਔਖਾ ਹੀ। ਇਹ ਕਹਿਣਾ ਔਖਾ ਹੈ
ਕਿ ਹਾਂ ਜੀ ਮਿਲੀ ਸੀ ਬਿਲਕੁਲ, ਬਿਕੋਜ਼ ਆਈ ਥਿੰਕ ਜੋ ਮੈਂ ਕਿਤਾਬ ਤੋਂ ਪੜ੍ਹ ਕੇ ਐਨਾਲਾਈਜ਼ ਕੀਤਾ, ਆਫਰ ਡੈਫੀਨਿਟਲੀ ਹੋਈ ਹੀ, ਪਰ ਉਸ ਆਫਰ ਨੂੰ ਚਾਹੇ ਆਪਣੇ ਸਿੱਖ ਲੀਡਰਸ ਦੀ ਦੂਰਦਰਸ਼ਤਾ ਨੂੰ ਘੱਟ ਹੈਗੀ ਹੀ, ਜਾਂ ਤੁਸੀਂ ਨਹਿਰੂ ਹੋਰਾਂ ਦੀ ਕਹਿ ਲਓ ਕਿ ਜਿਹੜੀ ਉਹਨਾਂ ਨੇ ਇੱਕ ਤਰ੍ਹਾਂ ਦਾ এনवायरमेंट ਪੈਦਾ ਕਰ ਦਿੱਤਾ ਕਿ ਉਸ ਜਿਹੜੀ ਮੰਗ ਨੂੰ ਇੱਕ ਤਰ੍ਹਾਂ ਪਰਸਿਊ ਕਰਕੇ ਇੰਡੀਆ ਨਾਲ ਮਿਲਾ ਕੇ ਤੇ ਇੱਕ ਵੱਡਾ ਹਿੱਸਾ ਜਿਹੜਾ ਪਾਕਿਸਤਾਨ 'ਚ ਜਾ ਸਕਦਾ ਸੀ ਉਹਨੂੰ ਆਪਣੇ ਵੱਲ ਪਰਸਿਊ ਕਰ ਲਿਆ। ਉਹ ਚੀਜ਼ ਨੂੰ ਜੇ ਆਪਾਂ ਦੇਖਿਆ ਜਾਏ ਤਾਂ ਉਹ ਜ਼ਿਆਦਾ ਹੋਇਆ, ਬਜਾਏ ਇਹਦੇ ਕਿ ਸਿੱਖ ਲੀਡਰਾਂ ਨੇ ਕੋਈ ਦੂਰਦਰਸ਼ਤਾ ਨਾਲ ਜਾਂ ਕੋਈ ਬੜੀ ਸਿਆਣਪ ਨਾਲ, ਸੁਹਿਰਦਤਾ ਨਾਲ ਉੱਤੇ ਐਕਟ ਕੀਤਾ ਹੋਏ। ਸੋ ਲੈਕ ਆਫ ਲੀਡਰਸ਼ਿਪ, ਲੈਕ ਆਫ ਸਿਆਣਪ ਜਿਹੜੀ ਹੈ, ਆਈ ਥਿੰਕ ਕਿਤੇ ਨਾ ਕਿਤੇ ਉੱਥੇ ਨਜ਼ਰ ਆਉਂਦੀ ਹੈ ਸਿੱਖ ਲੀਡਰਸ਼ਿਪ। ਬਿਲਕੁਲ ਜੀ ਬਿਲਕੁਲ। ਇਹਦੇ ਵਿੱਚੋਂ ਜਿਹੜੀ ਵੰਡ ਹੋਈ ਆ, ਜਿਹੜੀ ਖਿੱਤਿਆਂ ਦੀ ਵੰਡ ਹੋਈ ਹੈ, ਕਿਉਂਕਿ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਇਸ ਵੰਡ ਦਾ ਪੰਜਾਬ ਨੂੰ ਹੋਇਆ, ਤੇ ਬਹੁਤ ਸਾਰੇ ਜਿਹੜੇ ਵਿਦਵਾਨ ਆ ਉਹ ਕਹਿੰਦੇ ਆ ਕਿ ਜਿਹੜੇ ਭਾਰਤ ਦਾ ਨਕਸ਼ਾ ਲੈ ਕੇ ਪੰਜਾਬ ਨੂੰ ਵੰਡਣ ਲਈ 3 ਲੀਡਰ ਬੈਠੇ ਸੀ, ਉਹਨਾਂ ਵਿੱਚ ਇੱਕ ਜਵਾਹਰ ਲਾਲ ਨਹਿਰੂ ਸੀ, ਇੱਕ ਉਹ ਪਟੇਲ ਦਾ ਨਾਮ ਲੈਂਦੇ ਨੇ, ਤੇ ਇੱਕ ਲੈਂਦੇ ਨੇ ਜਿਨਾਹ ਦਾ ਨਾਮ ਲੈਂਦੇ ਨੇ, ਕਿ ਇਹ 3 ਲੀਡਰ ਜਿਹੜੇ ਸੀਗੇ ਪੰਜਾਬ ਨੂੰ ਵੰਡਣ ਬੈਠ ਗਏ ਸੀ, ਤੇ ਤਿੰਨਾਂ ਚੋਂ ਕੋਈ ਵੀ ਪੰਜਾਬੀ ਨਹੀਂ ਸੀ। ਇਸ ਕਿਤਾਬ ਦੇ ਵਿੱਚ ਕੀ ਫੈਕਟ ਦਿੱਤੇ ਗਏ ਨੇ ਕਿ ਆਖਰਕਾਰ ਜਿਸ ਵਕਤ ਪੰਜਾਬ ਦੀ ਵੰਡ ਹੋਈ ਆ ਤੇ ਇਹ ਫੈਸਲਾ ਕਿਸਨੇ ਕੀਤਾ ਵੀ ਕਿਹੜੇ ਇਲਾਕੇ ਕਿੱਧਰ ਜਾਣਗੇ? ਸੋ ਉਹੀ ਗੱਲ ਜਿਹੜੀ ਇਹਨੇ ਇਜਲਾਸ ਕੀਤਾ ਮੁਸਲਿਮ ਲੀਗ ਦਾ 1940 ਦੇ ਵਿੱਚ, ਆਪਣੇ ਜਿਨ੍ਹਾਂ ਨੇ, ਉਹਨੇ ਕਿਹਾ ਜੀ ਹਾਂ ਬਈ ਇਹਨਾਂ ਨੇ ਉਸ ਗੱਲ ਨੂੰ ਗਾਂਹ ਤੋਰਿਆ, ਕਹਿੰਦੇ ਜੀ ਜਿਹੜੇ ਮੁਸਲਿਮ ਬੋਲਦੇ, ਜਿਹੜੇ ਮੈਜੋਰਿਟੀ ਮੁਸਲਿਮ ਮੈਜੋਰਿਟੀ ਇਲਾਕੇ ਨੇ, ਔਰ ਉਹਨਾਂ ਦੇ ਵਿੱਚ ਜਿਹੜੇ ਨਾਲ ਲੱਗਦੇ ਮੁਸਲਿਮ ਮੈਜੋਰਿਟੀ ਇਲਾਕੇ ਨੇ, ਉਹ ਪਾਕਿਸਤਾਨ ਕੋਲ ਰਹਿਣਗੇ। ਤੇ ਜੋ ਇਹਨਾਂ ਨੇ ਆਇਡੈਂਟੀਫਾਈ ਕੀਤੇ, ਤਕਰੀਬਨ ਜਿਹੜੇ ਨੇ 16 ਜ਼ਿਲ੍ਹੇ ਜਿਹੜੇ ਨੇ ਉਹ ਪਾਕਿਸਤਾਨ ਨੂੰ ਚਲੇ ਗਏ। ਤੇ ਉਸੇ ਹਿਸਾਬ ਦੇ ਉੱਤੇ ਜਦੋਂ ਇਹਨਾਂ ਨੇ ਕਿਹਾ ਕਿ ਸਿੱਖ ਹੋਮਲੈਂਡ ਲਾ ਲਓ ਜਾਂ ਸਿੱਖ ਕੰਟਰੀ ਲਾ ਲਓ, ਤੇ ਉਹਦੇ ਜਿਹਦੇ 'ਚ ਹਿੰਦੂ ਜਾਂ ਸਿੱਖ ਦੀ ਮੈਜੋਰਿਟੀ, ਟੈਕਨੀਕਲੀ ਸਿੱਖ ਦੀ ਮੈਜੋਰਿਟੀ, ਬਿਕਾਜ਼ ਪੰਜਾਬ ਹੀ ਸਿੱਖ ਦੀ ਮੈਜੋਰਿਟੀ ਹੈ, ਤੇ ਉਹ ਜਿਹੜੇ ਨੇ ਉਹ ਇੰਡੀਆ ਨੂੰ ਆ ਜਾਣਗੇ। ਜਿੱਦਾਂ ਮੈਂ ਅੱਗੇ ਗੱਲ ਕੀਤਾ ਕਿ 18 ਜ਼ਿਲ੍ਹੇ ਜਿਹੜੇ ਨੇ ਇੱਧਰੋਂ ਪਾਕਿਸਤਾਨ ਨੂੰ ਗਏ ਤੇ 12 ਜਿਹੜੇ ਉੱਧਰੋਂ ਅਸੀਂ ਲਏ। ਹੁਣ ਜੇ ਗੱਲ ਕੀਤੀ ਜਾਏ ਤਾਂ ਜੇ 8 ਲੱਖ ਬੰਦਾ ਮਰਿਆ, ਤਕਰੀਬਨ 8 ਲੱਖ ਦੇ ਵਿੱਚੋਂ ਸਾਰਾ ਮੈਜੋਰਿਟੀ 8 ਲੱਖ, ਚਾਹੇ ਮੁਸਲਮਾਨ ਹੀ, ਚਾਹੇ ਹਿੰਦੂ ਹੀ ਜਾਂ ਸਿੱਖ ਹੀ, ਉਹ ਸਾਰਾ 8 ਲੱਖ ਬੰਦਾ ਜਿਹੜਾ ਅੱਜ ਦੇ ਟਾਈਮ ਦੇ ਹਿਸਾਬ ਲਾਓ ਤੇ ਬਹੁਤ ਜ਼ਿਆਦਾ ਹੈ। ਉਹ ਸਾਰਾ ਲੋਕ ਉੱਥੋਂ ਮਰੇ, 10 ਮਿਲੀਅਨ ਲੋਕ ਜਿਹੜੇ ਆਪਣੀਆਂ ਜਾਨਾਂ ਬਚਾ ਕੇ ਘਰੋਂ ਭੱਜੇ ਨੇ ਲਿਟਰਲੀ, ਉਹ ਸਿਰਫ ਪੰਜਾਬ ਦੇ ਹੋਏ ਹਨ। ਜਦੋਂ ਇਹ ਬੇਸ ਸ਼ੁਰੂ ਹੋਇਆ ਕਿ ਹਾਂ ਵੀ ਮੁਸਲਮਾਨ ਲੱਗਦੇ, ਭਾਸ਼ਾ ਲੱਗਦੇ ਜਿਹੜੀਆਂ ਹੈਗੇ ਨੇ, ਉਹਦੇ ਬਾਅਦ ਜਿਹੜਾ ਬੰਗਾਲ ਦੀ ਗੱਲ ਹੋਈ ਹੈ, ਐਕਚੁਅਲੀ ਗੱਲ ਜਿਹੜੀ ਪਾਰਟੀਸ਼ਨ ਸ਼ੁਰੂ ਹੋਈ ਸੀ ਪ੍ਰਾਇਮਰਲੀ ਪਾਕਿਸਤਾਨ ਦੀ ਇਸ ਕਰਕੇ ਹੋਈ, ਬਿਕਾਜ਼ ਜਿਨ੍ਹਾਂ ਨੇ ਉਹਨਾਂ ਨੂੰ ਉਦੋਂ ਮੰਨ ਲਿਆ ਕਿ ਜਦੋਂ ਜੇ ਸਾਨੂੰ ਇੱਧਰ ਮਿਲ ਜਾਏਗਾ ਜਗ੍ਹਾ, ਤੇ ਤੁਹਾਨੂੰ ਜਿਹੜਾ ਕਰਾਚੀ ਪੋਰਟ ਦਾ ਐਕਸੈਸ ਹੈ, ਉਹ ਵੀ ਤੁਹਾਨੂੰ ਕਰਾਚੀ ਪੋਰਟ ਦਾ ਵੀ ਐਕਸੈਸ ਹੋਏਗਾ, ਜਿਹੜਾ ਉਹਨਾਂ ਦਾ ਇੱਕ ਸਭ ਤੋਂ ਵੱਡੀ ਬੰਦਰਗਾਹ ਹੈ। ਸੋ ਇਹ ਸਾਰਾ ਕਮਰਸ਼ੀਅਲ ਡਿਸੀਜਨ ਹੀ, ਸਾਰਾ ਸਟ੍ਰੈਟੇਜਿਕ ਜਿਹੜਾ ਇੱਕ ਕਿਸੇ ਬਿਜ਼ਨਸ ਓਰੀਐਂਟਡ ਜਿਹੜੀ ਇੱਧਰ ਦਾ ਮਾਸ਼ਰਾ, ਉਹਦੇ ਕਰਕੇ ਦੇਖੋ ਕਿ ਕਿੰਨੇ ਸਾਲਾਂ ਤੱਕ, ਈਵਨ ਅਜੇ ਤੱਕ ਵੀ, ਜਦੋਂ ਖਾਸ ਕਰਕੇ ਜਦੋਂ ਕਾਂਗਰਸ ਦੀ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਬਣੇ ਪਹਿਲੀ ਵਾਰ, ਜਦੋਂ ਨਰਸਿਮਹਾ ਰਾਓ ਦੀ ਗਵਰਨਮੈਂਟ ਆਈ ਹੈ, ਉਦੋਂ ਤੱਕ ਜੇ ਮਾੜਾ ਮੋਟਾ ਕਿਸੇ ਵੀ ਮਾਰਕੀਟ ਦਾ ਕੰਟਰੋਲ ਹੈਗਾ, ਜੇ ਕੋਈ ਸਮਾਨ ਵਿਕਦਾ ਹੈ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ, ਉਹ ਪਿਓਰਲੀ ਕਾਮਨ ਆਪਣਾ ਯੂਕੇ ਦਾ ਹੀ ਨੈਸਲੇ ਪ੍ਰੋਡਕਟ ਹੁੰਦੇ ਹਨ। ਬਾਕੀ ਜਿਹੜੇ ਅਮਰੀਕਨ ਪ੍ਰੋਡਕਟ ਹਨ ਨਹੀਂ ਹੈਗੇ ਨੇ ਉੱਥੇ, ਜਾਂ ਹੋਰ ਕਿਸੇ ਕੰਟਰੀਆਂ ਦੇ ਨਹੀਂ ਹਨ। ਹੁਣ ਸਾਰੇ ਆਉਣ ਲੱਗ ਪਏ, ਫ੍ਰੈਂਚ ਵੀ ਆਉਣ ਲੱਗ ਪਏ ਨੇ। ਸੋ ਉਹਨਾਂ ਨੇ ਸੋਚਿਆ ਕਿ ਇਹਨਾਂ ਕਿਹੜਾ ਰੋਜ਼ ਲੜਾਈਆਂ ਕਰੇ, ਆਪਣਾ ਬਫਰ ਜ਼ੋਨ ਬਣਾਓ, ਆਪਣੀ ਜਿਹੜਾ ਪ੍ਰੋਡਕਟ ਹੈ, ਮਾਲ ਜਿਹੜਾ, ਉਹ ਫਿਰ ਇੰਡੀਆ 'ਚ ਵਿਕਣਾ। ਤੇ ਆਈ ਥਿੰਕ ਸਟ੍ਰੈਟੇਜਿਕ ਡਿਸੀਜਨ ਹੀ ਜਿਹੜਾ ਉਹਨਾਂ ਨੇ ਸੂਨਰ ਲੇਟਰ ਉਹਨੇ ਛੱਡਣਾ ਹੀ ਪੈਣਾ। ਜਦੋਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਦਾ ਇਰਾਦਾ ਸੀ 77 ਛੱਡਣ ਦਾ, ਪਰ ਕਿਉਂਕਿ ਵਰਲਡ ਵਾਰ ਦੇ ਬਾਅਦ, ਸੈਕੰਡ ਵਰਲਡ ਵਾਰ ਦੇ ਬਾਅਦ ਉਹ ਟੁੱਟ ਚੁੱਕੇ ਹਨ, ਤੇ ਉਹਨਾਂ ਕਿਹਾ ਕਿ ਇਹਨੂੰ ਆਪਾਂ ਜਿਹੜਾ ਕਰਨਾ, ਇਹਨੂੰ ਕੰਮ ਜਿਹੜਾ ਹਿਸਾਬ ਨਾਲ ਵਿਉਂਤਬੰਦੀ ਨਾਲ ਜੀ ਬਿਲਕੁਲ ਮਾਨ ਸਾਹਿਬ, ਇਹ ਤਾਂ ਫੈਕਟਸ ਦੀ ਗੱਲ ਹੋ ਗਈ। ਪਰ ਹੁਣ ਮੈਂ ਤੁਹਾਡੇ ਕੋਲ ਥੋੜੀ ਜਿਹੀ ਜਜ਼ਬਾਤੀ ਗੱਲ ਵੀ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਦੱਸਿਆ ਕਿ ਜਿਹੜੇ ਤੁਹਾਡੇ ਪੁਰਖੇ ਸੀਗੇ ਉਹ ਹਿਜਰਤ ਕਰਕੇ ਪਾਕਿਸਤਾਨ ਤੋਂ ਪੰਜਾਬ ਆਏ ਸੀ, ਤੇ ਫਿਰ ਇਸ ਤੋਂ ਵਧੀਆ ਹੋਰ ਕੌਣ ਦੱਸ ਸਕਦਾ ਕਿ ਜਿਹੜਾ ਵੰਡ ਦਾ ਅਸਲੀ ਦਰਦ ਆ ਉਹਨਾਂ ਨੇ ਹੰਢਾਇਆ, ਤੁਸੀਂ ਆਪਦੇ ਅੱਖੀ ਦੇਖਿਆ, ਸੁਣਿਆ। ਤੇ ਥੋੜਾ ਜਿਹਾ ਦੱਸੋ ਕਿ ਇਹ ਵੰਡ ਤੋਂ ਬਾਅਦ ਕਿੰਨੇ ਕੁ ਸਾਲ ਲੱਗੇ ਉਹਨਾਂ ਨੂੰ ਇਹ ਐਕਸੈਪਟ ਕਰਨ ਦੇ ਵਿੱਚ ਕਿ ਆਖਰਕਾਰ ਅਸੀਂ ਉੱਥੋਂ ਬੇਘਰ ਹੋ ਚੁੱਕੇ ਹਾਂ ਤੇ ਹੁਣ ਇਹੀ ਸਾਡੀ ਧਰਤੀ ਹੈ? ਵੇਖੋ, ਆਈ ਥਿੰਕ ਕਿ ਐਕਸੈਪਟ ਤਾਂ ਸ਼ਾਇਦ ਅਜੇ ਵੀ ਨਹੀਂ ਕਰ ਪਾਏ, ਜਿਹੜੇ ਉੱਧਰ ਗਏ ਨੇ ਉਹ ਵੀ ਨਹੀਂ ਕਰ ਪਾਏ। ਆਈ ਥਿੰਕ ਕਿ ਅਸੀਂ ਈਵਨ ਮੇਰੇ ਫਾਦਰ ਸਾਹਿਬ ਉੱਧਰ ਪੈਦਾ ਹੋਏ ਨੇ, ਮੇਰੇ ਮਦਰ ਇੱਧਰ ਪੈਦਾ ਹੋਏ ਨੇ, ਉਹ ਅਜੇ ਵੀ ਅਸੀਂ ਸੈਕੰਡ ਜਨਰੇਸ਼ਨ ਹੈ, ਥਰਡ ਜਨਰੇਸ਼ਨ ਵੀ ਆ ਗਈ ਹੈ। ਸਾਡੇ ਮਨ 'ਚ ਵੀ ਇੱਕ ਤਾਂਘ ਰਹਿੰਦੀ ਹੈ ਕਿ ਕਿ ਅਸੀਂ ਆਪਣੇ ਪੁਰਖਿਆਂ ਦੀ ਜਗ੍ਹਾ ਦੇਖ ਕੇ ਆਈਏ, ਵੇਖੀਏ ਕੀ ਕਰੀਏ ਨੇ। ਜਿਹੜੇ ਉੱਧਰ ਗਏ ਨੇ ਉਹ ਵੀ ਇੰਡੀਆ ਨੂੰ ਲੋਚਦੇ। ਤੇ ਇੱਕ ਇਮੋਸ਼ਨਲ ਆਸਪੈਕਟ ਆਈ ਥਿੰਕ ਕਿ ਉਹ ਸ਼ਾਇਦ ਕਦੇ ਨਹੀਂ ਖਤਮ ਹੋਣਾ। ਬਾਕੀ ਦੇਖੋ, ਜਿਹੜਾ ਹੈਗਾ ਫਾਈਨੈਂਸ਼ੀਅਲ, ਕਿਉਂਕਿ ਕਿਸੇ ਦੀਆਂ 100 ਕਿੱਲੇ ਜ਼ਮੀਨਾਂ ਹਨ, ਉਹਨਾਂ ਨੂੰ ਆ ਕੇ ਇੱਥੇ 2 4 ਕਿੱਲੇ ਮਿਲੀਆਂ, ਜਿਨ੍ਹਾਂ ਦਾ ਚੱਲਦਾ ਹੀ ਜੋ ਰੋਜ਼ ਚਲਾ ਗਏ, ਜਿਨ੍ਹਾਂ ਦਾ ਨਹੀਂ ਚੱਲਦਾ ਉਹਨਾਂ ਨੇ ਬੜੇ ਸਾਲ ਤੱਕ ਧੱਕੇ ਖਾਧੇ। ਤੇ
ਜਿਹੜਾ ਬੰਦਾ ਆਪਣੇ ਜਿਹੜਾ ਇੱਕ ਜਗ੍ਹਾ ਤੇ ਸਦੀਆਂ ਤੋਂ ਬੈਠਾ ਹੁੰਦਾ ਔਰ ਖਾਸ ਕਰਕੇ ਇੱਕ ਕਿਰਤੀ ਕਿਸਾਨ ਜਾਂ ਕੋਈ ਵੀ ਜਿਹੜਾ ਬੰਦਾ ਹੁੰਦਾ ਜਿਹੜਾ ਉਹਦੇ ਕੋਲ ਕੋਈ ਸਕਿੱਲ ਨਹੀਂ ਹੁੰਦੀ ਆਪਣੀ ਜ਼ਮੀਨ ਵਾਹੁਣ ਤੋਂ ਇਲਾਵਾ, ਉਹਨਾਂ ਨੂੰ ਆ ਕੇ ਦੁਬਾਰਾ ਇੱਥੋਂ ਸ਼ੁਰੂ ਤੋਂ ਆ ਕੇ ਮੈਨੂੰ ਛੋਟੀ ਛੋਟੀ ਚੀਜ਼ਾਂ ਆ ਕੇ ਦੁਬਾਰਾ ਬਣਾਉਣੀਆਂ ਬਹੁਤ ਟਾਈਮ ਲੱਗ ਗਿਆ। ਆਈ ਥਿੰਕ ਜੇ ਗੱਲ ਕੀਤੀ ਜਾਏ ਤਾਂ ਤਕਰੀਬਨ 40 ਤੋਂ 50 ਸਾਲ ਲੱਗ ਗਏ ਕਿ ਦੁਬਾਰਾ ਉਹਨਾਂ ਨੂੰ ਦੁਬਾਰਾ ਐਵਰੇਜ ਮਿਡਲ ਕਲਾਸ ਦੇ ਵਿੱਚ ਆਉਣ ਵਾਸਤੇ। ਤੇ ਇਹ ਨਹੀਂ ਗੱਲ ਕਿ ਇੱਕ ਸਾਡਾ ਮੱਚ ਜਿੰਨਾ ਵੀ ਮਾਈਗ੍ਰੇਟ ਕੀਤਾ ਬੰਦਾ, ਮੈਜੋਰਿਟੀ ਆਫ ਦੈਮ, ਖਾਸ ਕਰ ਕੁਝ ਪੋਲੀਟੀਕਲ ਫੈਮਿਲੀ ਨੂੰ ਛੱਡ ਕੇ ਬਾਕੀ ਹਰ ਬੰਦਾ ਹਾਰਡਸ਼ਿਪ 'ਚ ਗਿਆ। ਇਹ ਨਹੀਂ ਕਿ ਅਸੀਂ ਗਏ ਆ ਜਿਹੜੇ ਇੱਧਰੋਂ ਪਾਕਿਸਤਾਨ ਗਏ, ਉਹ ਜਿਹੜੇ ਉੱਥੇ ਜੇ ਤੁਸੀਂ ਕਰਾਚੀ ਜਾਓ ਉਹਨਾਂ ਦੇ ਜਿਹੜੇ ਉਹਨਾਂ ਦੇ ਅਜੇ ਵੀ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਬੜੀ ਕਹਿੰਦੇ ਕਿ ਚੰਗੀ ਨਜ਼ਰ ਨਹੀਂ ਦੇਖਿਆ ਜਾਂਦਾ। ਉਹਨਾਂ ਦੀ ਆਈ ਥਿੰਕ MQM ਪਾਰਟੀ ਬਣੀ ਹੋਈ ਜਿਹੜੀ ਸਪੈਸ਼ਲੀ ਇਸੇ ਗੱਲ ਦੇ ਉੱਤੇ ਬਣੀ ਹੈ ਕਿ ਜਿਹੜੇ ਇੱਥੋਂ ਪ੍ਰਵਾਸੀ ਜਿਹੜੇ ਇੰਡੀਆ ਤੋਂ ਜਿਹੜੇ ਪਾਕਿਸਤਾਨ ਮਾਈਗ੍ਰੇਟ ਕਰਕੇ ਨੇ, ਖਾਸ ਕਰਕੇ ਜਿਹੜੇ ਨਾਨ ਪੰਜਾਬੀ ਨੇ, ਉਹਨਾਂ ਨੂੰ ਕਿੱਦਾਂ ਟਰੀਟ ਕੀਤਾ ਗਿਆ ਉੱਥੇ। ਮਤਲਬ ਪੰਜਾਬੀਆਂ ਨੂੰ ਤਾਂ ਨਹੀਂ ਹੋਈ ਕਿਉਂਕਿ ਮੈਜੋਰਿਟੀ ਪੰਜਾਬ ਹੀ, ਚਾਹੇ ਇੱਧਰੋਂ ਚਲੇ ਗਏ ਉੱਧਰ ਚਲੇ ਗਏ, ਤੇ ਉਹ ਜ਼ਿਆਦਾ ਛੇਤੀ ਵਿੱਚ ਮਰਜ ਹੋ ਗਏ। ਪਰ ਆਈ ਥਿੰਕ ਅਜੇ ਵੀ ਆਈ ਥਿੰਕ ਇਹਦੀ ਟੀਸ ਤੇ ਅਜੇ ਵੀ ਹੈਗੀ ਹੈ, ਸ਼ਾਇਦ ਅੱਗੇ ਆਉਣ ਵਾਲੇ ਟਾਈਮ 'ਚ ਰਹੇਗੀ ਅਨਫੋਰਚੂਨੇਟਲੀ। ਜੀ ਬਿਲਕੁਲ, ਜਿਹੜੇ ਲੋਕ ਜ਼ਮੀਨ ਨਾਲ ਜੁੜੇ ਰਹਿਣਗੇ ਉਹਨਾਂ 'ਚ ਟੀਸ ਹਮੇਸ਼ਾ ਰਹੇਗੀ। ਫਿਲਹਾਲ ਮਾਨ ਸਾਹਿਬ ਤੁਸੀਂ ਬਹੁਤ ਤੱਥਾਂ ਤੇ ਆਧਾਰਿਤ ਗੱਲਾਂ ਕੀਤੀਆਂ, ਤੇ ਇੱਕ ਜਿਹੜੀ ਵਾਕਈ ਜਿਵੇਂ ਕਿ ਕਿਤਾਬ ਦਾ ਨਾਮ ਹੈ ਕਿ ਅਨਟੋਲਡ ਸਟੋਰੀ, ਉਸ ਬਾਰੇ ਚਰਚਾ ਹੋਈ ਹੈ ਸ਼ਾਇਦ ਕਿਉਂਕਿ ਕਿਤਾਬ ਜਿਵੇਂ ਕਿ ਤੁਸੀਂ ਦੱਸਿਆ ਉਹਨਾਂ ਨੇ ਬਹੁਤ ਲੇਟ ਲਿਖੀ ਹੈ, 2005 ਦੇ ਵਿੱਚ ਸ਼ਾਇਦ ਇਹ ਕਿਤਾਬ ਰਿਲੀਜ਼ ਹੋਈ ਹੈ। ਸੋ ਹੋ ਸਕਦਾ ਕਿ ਆਉਣ ਵਾਲੇ ਸਾਲਾਂ 'ਚ ਇਹ ਕਿਤਾਬ ਇੱਕ ਵੱਡੀ ਚਰਚਾ ਦਾ ਵਿਸ਼ਾ ਬਣੂਗੀ। ਬਣਨੀ ਚਾਹੀਦੀ ਹੈ ਪਰ ਬਣਨੀ ਨਹੀਂ ਕਿਉਂਕਿ ਦੋਵਾਂ ਪਾਰਟੀਆਂ ਦੇ ਵਿੱਚ ਉਹਨਾਂ ਦੋਵਾਂ ਦੀ ਕਿਉਂਕਿ ਜੇ ਮੰਨ ਲਓ ਕਿ ਆਪਾਂ ਕਾਂਗਰਸ ਦੀ ਗੱਲ ਕੀਤੀ ਜਾਏ, ਉਹਨਾਂ ਦੇ ਕਦੇ ਇਸ ਗੱਲ ਨੂੰ ਪ੍ਰਮੋਟ ਨਹੀਂ ਕੀਤੀ ਬਿਕੋਜ਼ ਦੇ ਵਾਂਟ ਟੂ ਬੀ ਇਨ ਚਾਰਜ। ਜਿਹੜੀ ਦੂਜੀ ਪਾਰਟੀ ਜਿਹੜੀ ਆਪੋਜੀਸ਼ਨ ਜਿਹੜੀ ਇਸ ਟਾਈਮ ਪਾਰਟੀ ਪਾਵਰ 'ਚ ਹੈਗੀ ਆ, ਉਹਨਾਂ ਦੇ ਵੀ ਇੱਕ ਫੇਵਰ 'ਚ ਨਹੀਂ ਜਾਂਦੀ ਇਹ ਗੱਲ ਕਰਨ ਵਾਸਤੇ, ਕਿਉਂਕਿ ਜਿਹੜਾ ਹਰ ਗੱਲ ਨਹਿਰੂ ਤੇ ਬਲੇਮ ਕੀਤੀ ਜਾ ਸਕਦੀ ਆ ਜਾਂ ਕਿ ਨਹਿਰੂ ਨੇ ਲਾਲਚ ਕੀਤਾ ਪਾਕਿਸਤਾਨ ਨਹੀਂ ਬਣਿਆ, ਉਹ ਜਿਹੜਾ ਫੈਕਟ ਹੈ ਉਹ ਉਹਦੇ ਨਾਲ ਬੜੀ ਜਨਤਾ ਦੀ ਜਿਹੜੇ ਵੱਡਾ ਵੋਟ ਬੈਂਕ ਹੈ। ਸੋ ਆਈ ਡੋਂਟ ਥਿੰਕ ਕਿ ਇਹ ਕਿਤਾਬ ਨੂੰ ਕਦੇ ਵੀ ਕੋਈ ਪਾਰਟੀ ਵੀ, ਕੋਈ ਸਾਈਡ ਵੀ, ਪਾਕਿਸਤਾਨ, ਇੰਡੀਆ ਜਾਂ ਕੋਈ ਵੀ ਹੈ, ਇਹਨਾਂ ਤੱਥਾਂ ਨੂੰ ਗਾਹਾਂ ਆਉਣ ਦਊਗਾ। ਇਹ ਤੱਥ ਹਮੇਸ਼ਾ ਰਹਿਣੇ ਨੇ ਔਰ ਇਹ ਗੱਲ ਕੋਈ ਕਨਸਪੀਰੇਸੀ ਥਿਊਰੀ ਨਹੀਂ। ਮੈਂ ਅੱਗੇ ਵੀ ਗੱਲ ਕੀਤੀ ਹੈ, ਜੇ ਕਿਸੇ ਨੂੰ ਵੀ ਇਹ ਕਿਤਾਬ ਤੁਹਾਡੀ ਐਮਾਜ਼ੋਨ ਤੇ ਅਵੇਲੇਬਲ ਹੈ, ਕੋਈ ਬੰਦਾ ਵੀ ਚਾਹੇ ਤੇ ਕਿਤਾਬ ਜਾ ਕੇ ਖਰੀਦ ਸਕਦਾ। ਸੋ ਇਹਨੂੰ ਪੜ੍ਹੋ, ਜੇ ਇਹਦੇ 'ਚ ਕੋਈ ਤੁਹਾਨੂੰ ਇਹ 'ਚ ਸ਼ੱਕ ਹੈਗਾ, ਆਈ ਥਿੰਕ ਕਿ ਬਾਕੀ ਜਿਹੜੇ ਬੰਦੇ ਨੇ ਗੱਲ ਕੀਤੀ ਹੈ ਮੇਨ ਲਾਰਡ ਮਾਊਂਟਬੈਟਨ ਦਾ, ਜੋ ਤੁਹਾਨੂੰ ਦਿਖਾਵਾਂ ਵੀ ਇਹਦੇ 'ਚੋਂ, ਸੋ ਉਹ ਬੰਦਾ ਐਟਲੀਸਟ ਇਹਦੀ ਦੇਖੋ ਤੁਸੀਂ, ਇਹਦੇ ਵਿੱਚ देयर आर फैक्ट्स विद द पिक्चर्स एंड ऑल, ਕਿਹੜੇ ਲੈਟਰ ਛਪੇ ਨੇ, ਬੜੀ ਇਟਸ ਇੰਟਰਸਟਿੰਗ ਰੀਡ। ਮੇਰੇ ਹਿਸਾਬ ਨਾਲ ਜੇ ਟਾਈਮ ਲੱਗੇ ਤੇ ਇਹਨੂੰ ਜ਼ਰੂਰ ਪੜ੍ਹਨਾ ਚਾਹੀਦਾ। ਜੀ ਬਿਲਕੁਲ, ਤੱਥਾਂ ਦੀ ਗੱਲ ਹੋਣੀ ਚਾਹੀਦੀ ਹੈ। ਵੈਸੇ ਵੀ ਜਿਵੇਂ ਤੁਸੀਂ ਕਿਹਾ ਕਿ ਫੈਕਟਸ ਜਿਹੜੇ ਅੱਜ ਕੱਲ੍ਹ ਭਾਰਤ ਦੀ ਸਿਆਸਤ ਦਾ ਬਹੁਤਾ ਹਿੱਸਾ ਨਹੀਂ, ਉੱਥੇ ਤਾਂ ਬਸ ਜਿੰਨਾ ਕੁ ਰੌਲਾ ਪੈ ਜਾਵੇ, ਜਿੰਨਾ ਕੁ ਕਿਸੇ ਚੀਜ਼ ਨੂੰ ਉਲਝਾਇਆ ਜਾਵੇ ਉਹ ਚੱਲਦਾ। ਮਾਨ ਸਾਹਿਬ ਬਹੁਤ ਹੀ ਜਿਹੜੀ ਜਾਣਕਾਰੀ ਭਰਪੂਰ ਹੈ ਉਹ ਅੱਜ ਜਾਣਕਾਰੀ ਸਾਂਝੀ ਹੋਈ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਇਹ ਸਨ ਸਾਡੇ ਨਾਲ ਨਿਰਮਲ ਮਾਨ ਕੈਲੀਫੋਰਨੀਆ ਅਮਰੀਕਾ ਤੋਂ, ਜਿਨ੍ਹਾਂ ਨੇ ਇੱਕ ਜਿਹੜੀ ਕਿਤਾਬ ਸੀ ਉਹਦੇ ਉੱਤੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਕਈ ਫੈਕਟਸ ਜਿਹੜੇ ਸੀ ਉਹਨਾਂ ਤੇ ਘੋਖ ਕਰਨ ਤੋਂ ਬਾਅਦ ਜਿਹੜੀ ਆ ਇੱਕ ਥਿਊਰੀ ਆ, ਜਿਹੜੀ ਉਸ ਥਿਊਰੀ ਦੀ ਜਿਹੜੀ ਅਸਲੀ ਸੱਚਾਈ ਹੈ, ਜਿਹੜੀ ਉਹਦੇ ਪਿੱਛੇ ਅਸਲ ਸੱਚਾਈ ਸੀ ਉਸ ਵਕਤ ਦੀ, ਉੱਤੇ ਅੱਜ ਚਰਚਾ ਹੋਈ ਆ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਹੋਰ ਪੇਸ਼ਕਸ਼ਾਂ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।